ਬਠਿੰਡੇ ਦਾ ਪ੍ਰੈਸ ਦਾ ਮੀਡੀਆ ਬਹੁਤ ਪਾਵਰਫੁਲ ਹੈ, ਸਾਰੀ ਦੁਨੀਆ ਦੇ ਵਿੱਚ ਜਾਂਦਾ ਹੈ। ਸੋ ਮੈਨੂੰ ਬਹੁਤ ਫਖਰ ਹੈ ਕਿ ਮੈਂ ਤੁਹਾਡੇ ਕੋਲੇ ਆਇਆ ਅੱਜ ਤੇ ਤੁਸੀਂ ਸਾਰੇ ਇੱਥੇ ਆਏ ਹੋ। ਥੈਂਕ ਯੂ। ਅੱਜ ਸਭ ਤੋਂ ਵੱਡੇ ਮੁੱਦੇ ਇਹ ਹੈ ਜੀ ਕਿ 1947 ਤੋਂ ਬਾਅਦ ਪੰਜਾਬ ਦੇ ਵੋਟਰ ਆਪਣੇ ਪੱਖ ਦੇ ਐਮਐਲਏ ਨਹੀਂ ਚੁਣ ਸਕੇ ਜਿਨ੍ਹਾਂ ਨੇ ਵਜ਼ਾਰਤਾਂ ਪੰਜਾਬ ਦੀਆਂ ਬਣਾਈਆਂ। ਪੰਜਾਬ ਦੇ ਵੋਟਰ ਉਹ ਐਮਐਲਏ ਚੁਣਦੇ ਹੈ ਜਿਨ੍ਹਾਂ ਦੀ ਵਫਾਦਾਰੀ ਕਾਂਗਰਸ ਨਾਲ ਹੁੰਦੀ ਹੈ, ਬੀਜੇਪੀ ਆਰਐਸਐਸ ਨਾਲ ਹੁੰਦੀ ਹੈ, ਆਮ ਪਾਰਟੀ ਨਾਲ ਹੁੰਦੀ ਹੈ ਜਾਂ ਬਾਦਲ ਦਲ ਦੇ ਨਾਲ ਹੁੰਦੀ ਹੈ। ਇਹ ਸਾਰੀਆਂ ਪਾਰਟੀਆਂ ਦਿੱਲੀ ਦੇ ਨਾਲ ਚੱਲਦੀਆਂ, ਦਿੱਲੀ ਦੇ ਹੁਕਮ ਦੇ ਉੱਤੇ ਚੱਲਦੀਆਂ। ਇਸ ਕਰਕੇ ਪੰਜਾਬ ਦਾ ਕਦੇ ਵੀ ਸਵਾਰਿਆ ਨਹੀਂ ਗਿਆ। ਪੰਜਾਬ ਦੀ ਮਿਨਿਸਟਰੀ ਕਦੇ ਅੱਜ ਤੱਕ ਨਹੀਂ ਬਣੀ ਹੈਗੀ। ਅੱਜ ਵੀ ਆਮ ਪਾਰਟੀ ਹੈਗੀ ਹੈ, ਇਹ ਵੀ ਦਿੱਲੀ ਤੋਂ ਚੱਲਦੀ ਹੈ। ਸਾਡੇ ਚੀਫ ਮਿਨਿਸਟਰ ਸਾਹਿਬ ਦੀ ਰਾਏ ਨਾ ਤਾਂ ਵਜ਼ੀਰਾਂ ਦੀ ਲਈ ਗਈ ਹੈ, ਨਾ ਉਹਨਾਂ ਦੇ ਪੋਰਟਫੋਲੀਓਜ਼ ਦੀ ਲਈ ਗਈ ਹੈ, ਨਾ ਰਾਜ ਸਭਾ ਦੇ ਮੈਂਬਰਸ ਦੀ ਲਈ ਗਈ ਹੈ। ਚੱਡਾ ਸਾਹਿਬ ਹੈਗੇ ਹੈ ਐਕਸਟਰਾ ਕੌਨਸਟੀਟਿਊਸ਼ਨਲ ਅਥਾਰਟੀ, ਜਿਹੜਾ ਸਾਰਾ ਕੁਝ ਚੰਡੀਗੜ੍ਹ ਤੇ ਪੰਜਾਬ ਤੋਂ ਚਲਾ ਰਹੇ ਹੈਗੇ ਹੈ। ਔਰ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਸੈਂਟਰ ਨੇ ਬਿਜ਼ੀ ਰੱਖਿਆ ਕਿ ਤੁਹਾਡਾ ਵਿਆਹ ਹੋਣਾ ਹੈ, ਵਿਆਹ ਤੋਂ ਪਹਿਲਾਂ ਜਾਣਕਾਰੀ ਵੀ ਇੱਕ ਦੂਜੇ ਦੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਭਗਵੰਤ ਜੀ ਲੱਗੇ ਰਹੇ ਗਏ ਹੈ, ਜਿਹਦੇ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਦਿਲਚਸਪੀ ਨਹੀਂ ਲਈ ਜਾਂਦੇ। ਇੱਕ ਵਿਆਹ ਤੋਂ ਪਹਿਲਾਂ ਕਿਹਾ ਜਾਂਦਾ ਹੁੰਦਾ ਕੋਰਟਸ਼ਿਪ ਪੀਰੀਅਡ। ਉਹ ਕੋਰਟਸ਼ਿਪ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਬੀਬੀ ਤੇ ਬੰਦੇ ਨੇ ਸ਼ਾਦੀ ਕਰਾਉਣੀ ਹੈ ਉਹ ਇੱਕ ਦੂਜੇ ਦੀ ਜਾਣਕਾਰੀ ਕਰ ਲੈਣ ਚੰਗੀ ਤਰ੍ਹਾਂ। ਤੇ ਹੁਣ 3 ਮਹੀਨੇ ਤਾਂ ਉੱਧਰ ਲੱਗੇ ਪਏ ਹੈ ਤੇ ਪੰਜਾਬ ਨੂੰ ਟਾਈਮ ਕਿਹੜਾ ਦਊਗਾ? ਠੀਕ ਹੈ। ਸੋ ਇਹ ਵੀ ਇੱਕ ਕਮਜ਼ੋਰੀ ਹੈ ਪੰਜਾਬ ਦੀ ਕਿ ਪੰਜਾਬ ਦੇ ਕੰਮ ਨਹੀਂ ਹੋਏ ਕੋਈ ਵੀ। ਪਾਣੀਆਂ ਦਾ ਮਸਲਾ ਹੈ। ਹੁਣ ਪੰਜਾਬ ਦੀ ਸਰਕਾਰ 800 ਕਰੋੜ ਰੁਪਈਆ ਖਰਚ ਰਹੀ ਹੈ ਕਿ ਜਿਹੜੀ ਰਾਜਸਥਾਨ ਦੀ ਕਨੈਲ ਹੈ, ਜਿਹਦੇ ਵਿੱਚੋਂ 3 ਦਰਿਆਵਾਂ ਦੇ ਪਾਣੀ ਜਾਂਦੇ ਹੈ, ਸਤਲੁਜ, ਬਿਆਸ ਤੇ ਰਾਵੀ ਦੇ, ਭਰੀਆਂ ਜਾਂਦੀਆਂ। ਇੱਕ ਬੂੰਦ ਪੰਜਾਬ ਦੀ ਨਹੀਂ ਹੈ। ਇਹਨਾਂ 3 ਜਿਹੜੇ ਦਰਿਆਵਾਂ ਦੇ ਪਾਣੀ ਸਾਡੇ ਹੈ। ਰਿਪੇਰੀਅਨ ਲਾਅ ਤੇ ਇੰਡੀਅਨ ਕੌਨਸਟੀਟਿਊਸ਼ਨ ਕੀ ਕਹਿੰਦੀ ਹੈ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਵਹਿੰਦੀ ਹੈ ਉਸੇ ਸੂਬੇ ਦਾ ਉਸ ਪਾਣੀ ਦੇ ਉੱਤੇ ਹੱਕ ਹੁੰਦਾ। ਅਤੇ ਸਾਡੇ ਜਿੰਨੀਆਂ ਵੀ ਵਜ਼ਾਰਤਾਂ ਹੋਈਆਂ ਇਹ ਸੈਂਟਰ ਨੂੰ ਪਾਣੀ ਦੇ ਕੇ ਉਹਦੇ ਬਾਰੇ ਕਦੇ ਇਹਨਾਂ ਨੇ ਮੁਆਵਜ਼ਾ ਨਹੀਂ ਮੰਗਿਆ। ਜਿਵੇਂ ਰਾਜਸਥਾਨ ਤੋਂ ਸਾਡੇ ਸੰਤ ਮਹਾਤਮਾ ਪੱਥਰ ਲਿਆਉਂਦੇ ਹੈ, ਉਹਨਾਂ ਦੇ ਉੱਤੇ ਟੈਕਸ ਲੱਗਦਾ ਤਾਂ ਪੱਥਰ ਇੱਥੇ ਪੰਜਾਬ ਦੇ ਵਿੱਚ ਪਹੁੰਚਦਾ। ਫਿਰ ਸਾਨੂੰ ਮਾਮਲਾ ਕਿਉਂ ਨਹੀਂ ਮਿਲਦਾ? ਪਾਣੀ ਦਾ ਹੱਕ ਪੰਜਾਬ ਦਾ ਹੈਗਾ। ਅਤੇ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ, ਇਸ ਨੇ ਇਲੈਕਸ਼ਨ ਲੜਨੇ ਹੈ, ਹਰਿਆਣੇ ਦੇ ਵੀ ਲੜਨੇ ਹੈ, ਦਿੱਲੀ ਦੇ ਵੀ ਲੜਨੇ ਹੈ ਅਤੇ ਜਿੱਥੇ ਰਾਜਸਥਾਨ ਦੇ ਵੀ ਲੜਨੇ ਹੈ। ਇਹ ਕਿਵੇਂ ਕਹਿ ਸਕਦੀ ਹੈ ਕਿ ਪੰਜਾਬ ਦੇ ਪਾਣੀ ਅਸੀਂ ਰਾਜਸਥਾਨ ਜਾਂ ਹਰਿਆਣੇ ਨੂੰ ਨਹੀਂ ਜਾਣ ਦੇਣੇ? ਕਹਿ ਹੀ ਨਹੀਂ ਸਕਦੀ। ਜਿਹੜੀ ਪਾਰਟੀ ਨੇ ਉਹਨਾਂ ਸੂਬਿਆਂ ਦੇ ਵਿੱਚ ਇਲੈਕਸ਼ਨ ਲੜਨੇ ਹੈ ਉਹ ਕਿਵੇਂ ਕਹਿ ਦੂਗੀ ਕਿ ਅਸੀਂ ਪਾਣੀ ਨਹੀਂ ਦੇਵਾਂਗੇ ਜਾਂ ਤੁਹਾਨੂੰ ਮਾਮਲਾ ਲਵਾਂਗੇ ਜਾਂ ਕੁਛ ਲਵਾਂਗੇ? ਕਹਿ ਨਹੀਂ ਸਕਦੇ ਹੈਗੇ। ਸੋ ਸਾਡੇ ਨਾਲ ਇਹ ਬਹੁਤ ਬੇਇਨਸਾਫੀ ਹੋ ਰਹੀ ਹੈ। ਹੁਣ ਦੂਸਰੀ ਗੱਲ ਹੈ ਕਿ ਇਹ ਮੱਤੇਵਾੜਾ ਪਾਰਕ ਹੈਗਾ ਲੁਧਿਆਣੇ 'ਚ, ਜਿੱਥੇ ਇੰਡਸਟਰੀ ਲਗਾਉਣੀ ਹੈ, ਉਹਦੇ ਨਾਲ ਸਾਰਾ ਜਿਵੇਂ ਬੁੱਢਾ ਨਾਲਾ
ਗੰਦਗੀ ਦੇ ਨਾਲ ਭਰ ਕੇ ਫਿਰ ਦਰਿਆ ਦੇ ਵਿੱਚ ਪੈ ਜਾਂਦਾ ਅੱਗੇ ਜਾ ਕੇ। ਇਹ ਇੰਡਸਟਰੀ ਨੇ ਸਾਰਾ ਸਤਲੁਜ ਗੰਦ ਤੇ ਗੰਦਗੀ ਦੇ ਨਾਲ ਭਰ ਦੇਣਾ ਹੈਗਾ, ਜਿਹਦੇ ਨਾਲ ਜਿਹੜੀ ਸਾਡੀ ਜੰਗਲ ਹੈ ਉਹ ਵੀ ਖਤਮ ਹੋ ਜਾਊਗਾ, ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਊਗੀ। 10 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਲੁਧਿਆਣੇ ਇਹਦੇ ਬਾਰੇ, ਜਿਹਦੇ ਵਿੱਚ ਮੈਂ ਸ਼ਾਮਲ ਹੋਊਂਗਾ ਔਰ ਉੱਥੇ ਵੀ ਦੱਸੂਗਾ ਕਿ ਇੱਥੇ ਇੰਡਸਟਰੀ ਨਹੀਂ ਲੱਗਣੀ ਚਾਹੀਦੀ। ਹੁਣ ਜਦੋਂ ਇੰਡਸਟਰੀ ਲੱਗਦੀ ਹੈ ਕੋਈ ਸ਼ਰਤ ਨਹੀਂ ਰੱਖੀ ਜਾਂਦੀ ਕਿ ਜਿਹੜਾ ਪੰਜਾਬ ਦਾ ਲੇਬਰ ਹੈ ਉਹ ਜ਼ਿਆਦਾ ਮਹਿੰਗਾ ਹੁੰਦਾ ਹੈ, ਉਹ ਜ਼ਿਆਦਾ ਪੈਸੇ ਲੈਂਦਾ ਹੈ। ਜਾਂ ਤਾਂ ਕੋਈ ਸ਼ਰਤ ਰੱਖੀ ਜਾਵੇ ਕਿ ਜਿਹੜਾ ਪੰਜਾਬ ਦਾ ਲੇਬਰ ਹੋਊਗਾ ਉਸ ਨੂੰ ਪੈਸੇ ਉਹਦੇ ਰਹਿਣ ਸੁਭਾਅ ਹੈਗਾ, ਜਿਵੇਂ ਉਹ ਖਰਚ ਤਾਂ ਕਰਦਾ, ਜਿਵੇਂ ਰਹਿੰਦਾ ਸਹਿੰਦਾ ਹੈ, ਉਹਦੇ ਮੁਤਾਬਕ ਮਿਲੂਗਾ। ਨਹੀਂ ਤਾਂ ਇਹ ਸਾਰੇ ਬਿਹਾਰ ਦੇ, ਇੱਧਰ ਦੇ, ਯੂਪੀ ਦੇ ਬੰਦੇ ਆ ਕੇ ਭਰਤੀ ਹੋ ਜਾਂਦੇ ਹੈ ਔਰ ਪੰਜਾਬ ਦੀ ਸਾਰੀ ਵਾਤਾਵਰਨ ਖਰਾਬ ਕਰਦੇ ਹੈ। ਔਰ ਇਹ ਜਿਹੜਾ ਪੰਜਾਬ ਦਾ ਲੇਬਰ ਹੈ ਉਸ ਨੂੰ ਲੁੱਟ ਕੇ ਲੈ ਜਾਂਦੇ ਹੈ। ਸਾਨੂੰ ਪੰਜਾਬ ਦੇ ਲੇਬਰ ਨੂੰ ਨੌਕਰੀ ਨਹੀਂ ਮਿਲਦੀ ਹੈ। ਪੰਜਾਬ ਦੇ ਲੇਬਰ ਦੀ ਜਿਹੜੀ ਮਿਹਨਤ ਹੈ ਇਹਦੇ ਲਈ ਜਿਵੇਂ ਸਰਕਾਰਾਂ ਨੂੰ, ਮੁਲਾਜ਼ਮਾਂ ਨੂੰ ਪੈਸੇ ਮਿਲਦੇ ਹੈ ਉਸ ਰੇਟ ਦੇ ਨਾਲ ਮਿਲਣ ਤਾਂ ਇੰਡਸਟਰੀ ਲੱਗੇ। ਪਰ ਇੰਡਸਟਰੀ ਲੱਗਣ ਦਾ ਫਾਇਦਾ ਤਾਂ ਹੈ, ਨਾਲੇ ਉਹਦੇ 'ਤੇ ਸਾਡੀ ਬਿਜਲੀ ਖਰਚ ਹੁੰਦੀ ਹੈ, ਅਸੀਂ ਰਾਤਾਂ ਨੂੰ ਇਹ ਪੱਖੇ ਤੋਂ ਬਗੈਰ ਸੌਂਦੇ ਹਾਂ, ਸਾਨੂੰ ਖੇਤਾਂ ਦੇ ਲਈ ਟਿਊਬਵੈੱਲ ਨਹੀਂ ਚੱਲਦੇ, ਸਾਰੀ ਇੰਡਸਟਰੀ ਦੇ ਬਿਜਲੀ ਖਾ ਜਾਂਦੀ ਹੈ। ਪੰਜਾਬ ਨੂੰ ਫਾਇਦਾ ਨਹੀਂ ਹੈ ਜਿੰਨਾ ਚਿਰ ਸਾਡੇ ਲੇਬਰ ਦੀ ਤਨਖਾਹ ਦੂਸਰੇ ਲੇਬਰ ਦੇ ਨਾਲੋਂ ਜ਼ਿਆਦਾ ਨਹੀਂ ਹੁੰਦੀ ਹੈ। ਹੁਣ ਤੁਹਾਨੂੰ ਪਤਾ ਹੈ ਕਿ ਜਦੋਂ ਬਾਦਲ ਸਾਹਿਬ ਦੀ ਪਹਿਲਾਂ ਵਜ਼ਾਰਤ ਬਣੀ ਸੀਗੀ, ਇਹਨਾਂ ਨੇ ਕੌਡੀ ਦੇ ਮੈਚ ਇੰਟਰਨੈਸ਼ਨਲ ਪੱਧਰ 'ਤੇ ਸ਼ੁਰੂ ਬੁਲਾਏ ਸੀਗੇ। ਉੱਥੇ ਕੌਡੀ ਖੇਡਣ ਦੀ ਇੰਟਰਨੈਸ਼ਨਲ ਦੀ ਗੱਲ ਕੋਈ ਨਹੀਂ ਸੀਗੀ, ਉੱਥੇ ਸੀਗੀ ਕਿ ਜਿੰਨੇ ਵੀ ਦੁਨੀਆ ਦੇ ਤਕੜੇ ਸਮਗਲਰਸ ਹੈ ਉਹ ਕਬੱਡੀ ਇੰਟਰਨੈਸ਼ਨਲ ਫੈਸਲੇ ਕਰਨ ਦੇ ਲਈ ਇੱਥੇ ਆਉਣ। ਇਸ ਤੋਂ ਬਾਅਦ ਜਦੋਂ ਉਹ ਇੱਥੇ ਆ ਗਏ, ਬਾਦਲ ਸਾਹਿਬ ਤੇ ਇਹਨਾਂ ਦੀ ਵਜ਼ਾਰਤ ਨੇ ਕੈਨੇਡਾ, ਅਮਰੀਕਾ, ਯੂਰਪ, ਜਾਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਡਰੱਗਸ ਦਾ ਜਾਲ ਫਸਾਤਾ, ਜਿਹਦੇ ਨਾਲ ਗੈਂਗਸਟਰ ਵੀ ਬਣ ਗਏ। ਹੁਣ ਜਿਹੜਾ ਮਿੰਟੂ ਖੇੜੇ ਕਤਲ ਹੋਇਆ ਉਹਦੇ ਵਿੱਚ ਤਫਤੀਸ਼ ਤਾਂ ਹੋਣੀ ਚਾਹੀਦੀ ਹੈ ਸਰਦਾਰ ਸੁਖਬੀਰ ਸਿੰਘ ਦੀ ਕਿ ਉਹਦਾ ਤਲਕ ਮੂਸੇਵਾਲ ਸਾਹਿਬ ਦੇ ਕਤਲ ਦੇ ਵਿੱਚ ਕੀ ਹੈ, ਕਿਉਂ ਕਰਕੇ ਮਿੰਟੂ ਖੇੜਾ ਬਾਦਲ ਸਾਹਿਬ ਦਾ ਖਾਸ ਸੈਕਟਰੀ ਸੀਗਾ ਤੇ ਖਾਸ ਇਹਨਾਂ ਦਾ ਇੰਟਰਸਟ ਸੀਗਾ ਕਿ ਮੂਸੇਵਾਲ ਦਾ ਜਿਹੜਾ ਬੰਦਾ ਸੀ ਉਹ ਉਹਦੇ ਕਤਲ ਤੋਂ ਬਾਅਦ ਉੱਥੇ ਠਹਿਰਿਆ। ਇਹੀ ਮੂਸੇਵਾਲ ਸਾਹਿਬ ਦਾ ਗੁਨਾਹ ਸੀ ਤੇ ਮੂਸੇਵਾਲ ਸਾਹਿਬ ਨੂੰ ਪਤਾ ਸੀ, ਨਹੀਂ ਪਤਾ ਸੀ, ਇਹ ਸਾਨੂੰ ਨਹੀਂ ਪਤਾ ਕਿ ਉਸ ਨੇ ਮਿੰਟੂ ਖੇੜੇ 'ਚ ਕੁਛ ਕੀਤਾ ਕਿ ਨਹੀਂ ਕੀਤਾ। ਪਰ ਦੂਸਰੇ ਪਾਸੇ ਹੁਣ ਮੂਸੇਵਾਲ ਸਾਹਿਬ ਦੀ ਤਫਤੀਸ਼ ਸਿਰੇ ਕਿਉਂ ਨਹੀਂ ਚੜ੍ਹ ਰਹੀ? ਕਿਉਂ ਕਰਕੇ ਦਿੱਲੀ ਪੁਲਿਸ ਨੇ ਤੇ ਸੈਂਟਰ ਦੀ IB ਨੇ ਪੰਜਾਬ ਨੂੰ ਪਹਿਲਾਂ ਦੱਸਤਾ ਸੀਗਾ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈ। ਜਦੋਂ IB ਤੇ ਦਿੱਲੀ ਨੇ ਪਹਿਲਾਂ ਦੱਸਤਾ ਕਿ ਕਤਲ ਹੋਣ ਵਾਲਾ ਹੈ, ਉਦਣ ਹੀ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਨੂੰ ਚੀਫ ਮਿਨਿਸਟਰ ਸਾਹਿਬ ਤੇ DGP ਨੇ ਵਾਪਸ ਬੁਲਾ ਲਿਆ, ਜਿਹਦਾ ਮਤਲਬ ਹੈ ਕਿ ਜਿਨ੍ਹਾਂ ਨੇ ਮੂਸੇਵਾਲ ਸਾਹਿਬ ਨੂੰ ਕਤਲ ਕਰਨਾ ਸੀ ਉਹਨਾਂ ਦਾ ਹੱਥ ਫ੍ਰੀ ਹੋ ਗਿਆ ਕਿ ਹੁਣ ਮੌਕਾ ਹੈ ਇਸ ਨੂੰ ਉਡਾ ਦਿਓ। ਸੋ ਇਹ ਜਿਹੜੀ ਤਫਤੀਸ਼ ਹੈ ਇਹਦੇ 'ਚ ਸਿਆਸੀ ਰੰਗਤ ਜਿੰਨਾ ਚਿਰ ਨਹੀਂ ਆਉਂਦੀ
ਉਨਾ ਚਿਰ ਇਹ ਤਫਤੀਸ਼ ਸਿਰੇ ਨਹੀਂ ਚੜ੍ਹ ਸਕਦੀ। ਪੰਜਾਬ ਪੁਲਿਸ ਦੇ ਹੱਥ ਪਿੱਛੇ ਵੱਜੇ ਹੋਏ ਹੈ, ਕਿਉਂ ਕਰਕੇ ਆਮ ਪਾਰਟੀ ਦੀ ਸਰਕਾਰ ਹੈ। ਆਮ ਪਾਰਟੀ ਨੇ ਸਿਕਿਉਰਿਟੀ ਵਿਡਰੋ ਕੀਤੀ ਹੈ, ਉਸ ਦਿਨ ਅਗਲੇ ਦਿਨ ਉਹਨਾਂ ਦਾ ਕਤਲ ਹੋ ਜਾਂਦਾ ਹੈ। ਅਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਤਫਤੀਸ਼ ਸਿਰੇ ਨਹੀਂ ਚੜ੍ਹ ਸਕਦੀ, ਕਿਉਂ ਕਰਕੇ ਇਹਦੇ ਵਿੱਚ ਬਹੁਤ ਵੱਡੇ ਲੋਕਾਂ ਦਾ ਹੱਥ ਹੈ। ਅਤੇ ਬਾਦਲਾਂ ਨੇ ਫਿਰ ਬੀਜੇਪੀ ਦੇ ਨਾਲ ਸੁਲ੍ਹਾ ਕਰ ਲਈ ਹੈ, ਸੈਂਟਰ ਫਿਰ ਨਹੀਂ ਚੱਲਣ ਦਊਗਾ ਤਫਤੀਸ਼ ਨੂੰ, ਅਤੇ ਇਹ ਬਹੁਤ ਕੰਪਲੈਕਸ ਕੇਸ ਹੈ। ਇਸੇ ਤਰ੍ਹਾਂ ਸਰਦਾਰ ਦੀਪ ਸਿੱਧੂ ਦਾ ਵੀ ਕੇਸ ਬਹੁਤ ਗੁੰਝਲਦਾਰ ਹੈ। ਉਹਨੂੰ ਮਾਰਿਆ ਗਿਆ ਕਿਉਂ ਕਰਕੇ ਇਹ ਦੋਨੋਂ ਮੂਸੇਵਾਲ ਅਤੇ ਸਿੱਧੂ ਨੌਜਵਾਨੀ ਦੇ ਵਿੱਚ ਹੁਣ ਆਪਣੀ ਸੋਚ ਨੂੰ ਭਿੰਡਰਾਂ ਵਾਲਿਆਂ ਦੀ ਸੋਚ ਦੇ ਉੱਤੇ ਆ ਗਏ ਸੀਗੇ, ਅਤੇ ਹਕੂਮਤਾਂ ਨਹੀਂ ਸੀ ਚਾਹੁੰਦੀਆਂ ਕਿ ਮੇਰੇ ਬਾਅਦ ਕੋਈ ਵੀ ਨੌਜਵਾਨ ਲੀਡਰ ਇਹੋ ਜਿਹਾ ਉੱਭਰੇ ਜਿਹਦੇ ਵਿੱਚ ਭਿੰਡਰਾਂ ਵਾਲਿਆਂ ਦੀ ਸੋਚ ਪੈਦਾ ਹੋ ਜੇ। ਸੋ ਸਿੱਧੂ ਦਾ ਵੀ ਜਿਹੜਾ ਕਤਲ ਕੀਤਾ ਗਿਆ ਉਹ ਵੀ ਇੱਕ ਬਹੁਤ ਅਜੀਬ ਕਿਸਮ ਦਾ ਕਤਲ ਹੈ, ਜਿਹੜੀ ਇੰਡੀਆ ਦੀ ਕੋਈ ਵੀ ਪੁਲਿਸ ਉਹਨੂੰ ਇਨਵੈਸਟੀਗੇਟ ਨਹੀਂ ਕਰ ਸਕਦੀ। ਸਾਡੇ ਕੋਲੇ ਰਵਾਇਤ ਹੈ ਕਿ ਜਦੋਂ ਲੈਬਨਾਨ ਦਾ ਪ੍ਰਾਈਮ ਮਿਨਿਸਟਰ ਹਰਾਰੇ ਦਾ ਕਤਲ ਹੋਇਆ ਸੀਗਾ, ਉਸ ਵੇਲੇ ਲੈਬਨਾਨ ਦੇ ਲੋਕਾਂ ਨੂੰ ਆਪਣੀ ਸਰਕਾਰ ਦੇ ਉੱਤੇ ਇਤਬਾਰ ਨਹੀਂ ਸੀ। ਫਿਰ ਹਰਾਰੇ ਪ੍ਰਾਈਮ ਮਿਨਿਸਟਰ ਦੇ ਕਤਲ ਦੀ ਤਫਤੀਸ਼ UN ਨੇ ਕਰਾਈ ਸੀਗੀ। ਦੂਸਰੇ ਪਾਸੇ ਸਾਡੇ ਕੋਲੇ ਉਹ ਵੀ ਉਦਾਹਰਨ ਹੈਗਾ ਕਿ ਨਾਲ ਦੇ ਮੁਲਕ ਪਾਕਿਸਤਾਨ ਦਾ ਬੇਨਜ਼ੀਰ ਭੁੱਟੋ ਦਾ ਕਤਲ ਹੋ ਗਿਆ ਸੀਗਾ। ਜਿਹੜੇ ਲੋਕ ਸੀ ਉਹਨਾਂ ਨੂੰ ਭਰੋਸਾ ਨਹੀਂ ਸੀ ਕਿ ਸਾਡੀ ਸਰਕਾਰ ਇਸ ਕਤਲ ਨੂੰ ਸਹੀ ਤਰ੍ਹਾਂ ਕੱਢੂਗੀ। ਫਿਰ ਉਹਦੀ ਤਫਤੀਸ਼ UN ਤੋਂ ਕਰਵਾਈ ਗਈ ਸੀ। ਅਸੀਂ ਸਮਝਦੇ ਹਾਂ ਕਿ ਮੂਸੇਵਾਲ ਸਾਹਿਬ ਦਾ ਅਤੇ ਸਿੱਧੂ ਦਾ ਜਿਹੜੀ ਤਫਤੀਸ਼ ਹੈ ਇਹ ਇੰਟਰਨੈਸ਼ਨਲ ਪੱਧਰ 'ਤੇ ਹੋਏ ਤਾਂ ਸੱਚ ਦੇ ਨਾਲ ਸੱਚ ਨਿਕਲੂਗਾ, ਨਹੀਂ ਤਾਂ ਜਿਵੇਂ 1984 ਦੇ ਬਲੂ ਸਟਾਰ ਬਾਅਦ ਜਿਹੜੀ ਸਿੱਖ ਕੌਮ ਦੀ ਨਸਲਕੁਸ਼ੀ ਹੋਈ ਹੈ ਉਹਦਾ ਅਜੇ ਤੱਕ ਕੋਈ ਵੀ ਸਾਨੂੰ ਜਵਾਬ ਹਕੂਮਤ ਨੇ ਨਹੀਂ ਦਿੱਤਾ, ਅਤੇ ਦੋਨਾਂ ਦੇ ਜਿਹੜੇ ਕਤਲ ਹੈ ਇਹ ਵੀ ਖਾਧੇ ਪੀਤੇ ਜਾਣਗੇ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਇੰਟਰਨੈਸ਼ਨਲ ਜਿੰਨਾ ਚਿਰ ਤਫਤੀਸ਼ ਨਹੀਂ ਹੁੰਦੀ ਉਨਾ ਚਿਰ ਇਹ ਲੋਕ ਫੜੇ ਨਹੀਂ ਜਾਣੇ ਹੈਗੇ, ਕਿਉਂ ਕਰਕੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਹੱਥ ਹੈ, ਸਿੱਧੂ ਦੇ ਕਤਲ ਦੇ ਵਿੱਚ ਸੈਂਟਰ ਦਾ ਵੀ ਹੱਥ ਹੈ। ਤੁਹਾਨੂੰ ਪਤਾ ਹੋਊਗਾ, ਸ਼ਾਇਦ ਤੁਸੀਂ ਸਾਰੇ ਵੱਡੇ ਜਰਨਲਿਸਟ ਹੋ, ਇੱਕ ਬਹੁਤ ਵੱਡਾ ਜਰਨਲਿਸਟ ਸੀਗਾ ਜਿਹੜਾ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ ਸੀਗਾ, ਪੜ੍ਹ ਕੇ ਆਇਆ ਸੀਗਾ। ਉਹ ਇੱਕ ਬਤੌਰ ਜਰਨਲਿਸਟ ਬਣ ਕੇ ਦਿੱਲੀ ਲੱਗਿਆ ਹੋਇਆ ਸੀਗਾ ਬਾਹਰ ਦੇ ਪੇਪਰ ਦੀ। ਉਹਨੂੰ ਜਦੋਂ ਪਤਾ ਲੱਗਿਆ ਕਿ ਚਿਦੰਬਰਮ ਮਿਨਿਸਟਰ ਆਫ ਸਟੇਟ ਫॉर ਸਿਕਿਉਰਿਟੀ ਹੈ ਰਾਜੀਵ ਗਾਂਧੀ ਦੇ ਥੱਲੇ, ਉਸ ਨੇ ਤਫਤੀਸ਼ ਕਰਕੇ ਸਾਬਤ ਕਰਤਾ ਕਿ ਜਿਹੜਾ ਕਬਜ਼ਾ ਰੂਸ ਦਾ ਅਫਗਾਨਿਸਤਾਨ 'ਤੇ ਹੋਇਆ, ਅਫਗਾਨਿਸਤਾਨ ਤੋਂ ਰੂਸ ਦਾ ਅਸਲਾ ਕਈ ਹਵਾਈ ਜਹਾਜ਼ਾਂ ਦੇ ਵਿੱਚ ਆਇਆ, ਜਿਹੜਾ ਇਸਤੇਮਾਲ ਕੀਤਾ ਗਿਆ, ਜਿਹੜੇ ਕਾਊਂਟਰ ਸਿੱਖਾਂ ਦੇ ਨਾਲ ਇਹ ਬਲੈਕ ਕੈਟਸ ਪੈਦਾ ਕੀਤੇ ਗਏ। ਸਰਕਾਰ ਨੇ ਜਿਹੜੇ ਸਾਡੇ ਸਿੱਖ ਮਿਲੀਟੈਂਟਸ ਦੇ ਖਿਲਾਫ ਬਲੈਕ ਕੈਟਸ ਕੀਤੇ ਗਏ ਸੀ, ਉਹਨਾਂ ਦੀ ਟ੍ਰੇਨਿੰਗ ਕੀਤੀ ਗਈ ਬਾਬਾ ਬਿਰਸਾ ਸਿੰਘ ਦੇ ਡੇਰੇ 'ਚ ਦਿੱਲੀ 'ਚ। ਉਹਨਾਂ ਨੂੰ ਸਿਖਾਇਆ ਗਿਆ ਕਿ ਕਿਵੇਂ ਕੱਪੜੇ ਪਹਿਨਣੇ ਹੈ, ਕਿਵੇਂ ਕਛਹਿਰਾ ਪਾਉਣਾ ਹੈ, ਕਿਵੇਂ ਪਾਠ ਕਰਨਾ ਹੈ, ਕਿਵੇਂ ਪ੍ਰਸ਼ਾਦਾ ਛਕਣਾ, ਸਾਰਾ ਸਿੱਖਾਂ ਦਾ ਪਹਿਨਣਾ, ਬਣਾਉਣਾ, ਖਾਣਾ ਪੀਣਾ ਉਹਨਾਂ ਨੂੰ ਸਿਖਾਇਆ ਗਿਆ। ਫਿਰ ਉਹਨਾਂ ਨੂੰ ਛੱਡਿਆ ਗਿਆ, ਫਿਰ ਉਹ ਘਰਾਂ ਦੇ ਵਿੱਚ ਜਾ ਕੇ ਰਹਿੰਦੇ ਸੀਗੇ, ਸਾਰੀ ਇਨਫੋਰਮੇਸ਼ਨ ਲੈਂਦੇ ਸੀਗੇ, ਅਤੇ ਸਾਡੇ ਲੋਕਾਂ ਨੂੰ
ਸਾਡੇ ਫਰੀडम ਫਾਈਟਰਸ ਦੇ ਨਾਲ ਨਫ਼ਰਤ ਹੋਣ ਦੇ ਲਈ ਉਹ ਘਰ ਦੀਆਂ ਬੀਬੀਆਂ ਦੇ ਨਾਲ ਵੀ ਮਾੜੇ ਤਲਕਾਤ ਰੱਖਣ ਲੱਗ ਪਏ, ਜਿਹਦੇ ਨਾਲ ਪਬਲਿਕ ਨਾਰਾਜ਼ ਹੋ ਗਈ ਕਿ ਇਹ ਤਾਂ ਜਿਹੜੇ ਹੈਗੇ ਹੈ ਖਾਲਿਸਤਾਨੀ, ਇਹਨਾਂ ਦਾ ਕੈਰੈਕਟਰ ਠੀਕ ਨਹੀਂ ਹੈ। ਇਸ ਤਰ੍ਹਾਂ ਖਾਲਿਸਤਾਨ ਦੀ ਮੂਵਮੈਂਟ ਇੰਡੀਆ ਨੇ ਫੇਲ ਕੀਤੀ ਹੈ। ਜਿਹੜਾ ਜਰਨਲਿਸਟ ਸੀਗਾ ਉਹ ਸੈਰ ਕਰਨ ਜਾ ਰਿਹਾ ਸੀਗਾ ਅਤੇ ਉਸ ਨੂੰ ਮਰਵਾਇਆ ਗਿਆ ਸੀ। ਮੈਂ ਪਿੱਟ ਕੇ ਹਟ ਗਿਆ। ਸਾਰੇ ਜਿੰਨੀਆਂ ਵੀ ਜਰਨਲਿਸਟ ਦੀਆਂ ਬੋਡੀਜ਼ ਹੈਗੀਆਂ ਨਿਊਯਾਰਕ 'ਚ ਹੈ, ਲੰਡਨ 'ਚ ਹੈ, ਡੈਨਮਾਰਕ 'ਚ ਹੈ, ਕਿ ਇਹਦੀ ਤਫਤੀਸ਼ ਹੋਣੀ ਚਾਹੀਦੀ ਹੈ ਇਸ ਜਰਨਲਿਸਟ ਦੀ ਕਿ ਇਹਨੂੰ ਕਿਵੇਂ ਮਰਾਇਆ ਗਿਆ। ਅਜੇ ਤੱਕ ਕਿਸੇ ਨੇ ਹਾਂ ਦਾ ਨਾਅਰਾ ਨਹੀਂ ਮਾਰਿਆ। ਉਹਦਾ ਨਾਂ ਸੀ ਭਗਤ, ਆਕਸਫੋਰਡ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਸੀਗਾ। ਉਸ ਨੂੰ ਸੈਂਟਰ ਦੀ ਏਜੰਸੀ ਨੇ ਮਰਵਾ ਦਿੱਤਾ ਸੀ। ਜਿਹੜੀ ਸਾਡੀ ਰॉ ਸੀਕ੍ਰੇਟ ਏਜੰਸੀ ਹੈ, ਇਹਦੇ ਕੋਲੇ ਮਿਲਟਰੀ ਦਸਤੇ ਵੀ ਹੈਗੇ ਹੈ ਜਿਹੜੇ ਰਿਕਰੂਟ ਹੁੰਦੇ ਹੈ ਤਿੱਬਤੀਆਂ ਦੇ ਨਾਲ। ਉਹਨਾਂ ਦੇ ਵਿੱਚ ਤਿੱਬਤੀਆਂ ਨੂੰ ਰਿਕਰੂਟ ਕੀਤਾ ਜਾਂਦਾ ਹੈ। ਦੇਹਰਾਦੂਨ ਦੇ ਕੋਲੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹਨਾਂ ਨੇ ਹਿੱਸਾ ਵੀ ਲਿਆ ਸੀਗਾ ਬਲੂ ਸਟਾਰ ਦੇ ਵਿੱਚ, ਪਰ ਫਿਰ ਮਿਲਟਰੀ ਨੇ ਕਿਹਾ ਕਿ ਇਹ ਇਹਨਾਂ ਦਾ ਕੰਮ ਨਹੀਂ ਹੈ। ਜਿਹੜੀ ਰॉ ਦਾ ਮਿਲਟਰੀ ਵਿੰਗ ਕਿਉਂ ਹੈ? ਇਹ ਇਸੇ ਕੰਮ ਦੇ ਲਈ ਹੈ ਕਿ ਜਿੱਥੇ ਜਿੱਥੇ ਤੁਸੀਂ ਕੰਮ ਇਹੋ ਜਿਹੇ ਕਰਾਉਣੇ ਹੈ, ਤੁਹਾਡਾ ਮਿਲਟਰੀ ਵਿੰਗ ਹੋਣਾ ਚਾਹੀਦਾ। ਸੋ ਇਹ ਸਾਰੀ ਚੀਜ਼ ਹੈਗੀ ਹੈ। ਜਿਹੜਾ ਜਰਨਲਿਸਟ ਦਾ ਅਤੇ ਇਹ ਮੂਸੇਵਾਲ ਅਤੇ ਸਿੱਧੂ ਦੇ ਕਤਲ ਹੋਏ ਹੈ, ਸਾਡੀ ਅਮਦਾਦ ਸਾਰੇ ਬੰਦੀ ਸਿੱਖਾਂ ਨੇ ਕੀਤੀ ਹੈ। ਹਵਾੜਾ ਸਾਹਿਬ ਨੇ, ਤਾਰਾ ਨੇ, ਭੌਰਾ ਸਾਹਿਬ ਨੇ, ਸਾਰਿਆਂ ਨੇ ਕੀਤੀ ਹੈ। ਜਿਹੜੇ ਸਿੱਖ ਛੁੱਟ ਕੇ ਆਏ ਹੈ, ਜਿਹੜੇ ਫੌਜੀ ਹੈ ਧਰਮੀ, ਉਹਨਾਂ ਦਾ ਮੈਂ ਬਹੁਤ ਰਿਣੀ ਹੈ। ਅਤੇ ਅਸੀਂ ਕਹਿੰਦੇ ਹਾਂ ਕਿ ਜਿਵੇਂ ਰਾਜੀਵ ਗਾਂਧੀ ਦਾ ਕਾਤਲ ਸੁਪਰੀਮ ਕੋਰਟ ਨੇ ਹੁਣ ਛੱਡਤਾ ਹੈ, ਇਹ ਸਿੱਖ 30 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਏ ਹੈ ਅਤੇ ਇਹਨਾਂ ਦੀ ਰਿਹਾਈ ਇੱਕਦਮ ਹੋਣੀ ਚਾਹੀਦੀ ਹੈ। ਇਹ ਇੱਕ ਇੰਟਰਨੈਸ਼ਨਲ ਪੱਧਰ ਦਾ ਸਵਾਲ ਸਿੱਖਾਂ ਦੇ ਵਿੱਚ ਪੈਦਾ ਹੋ ਗਿਆ ਕਿ ਜੇ ਰਾਜੀਵ ਗਾਂਧੀ ਦੇ ਕਾਤਲ ਦੀ ਰਿਹਾਈ ਹੋ ਸਕਦੀ ਹੈ, ਫਿਰ ਸਿੱਖਾਂ ਨੇ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਹੈਗੀ। ਇਹ ਇੱਕ ਬਹੁਤ ਵੱਡਾ ਸਵਾਲ ਹੈ। ਇੱਕ ਪਾਣੀਆਂ ਦਾ ਹੈ ਕਿ ਇਹ ਮਿਨੋਰਿਟੀ ਦਾ ਸੂਬਾ ਹੈ, ਇਹਦਾ ਬਗੈਰ ਕੌਨਸਟੀਟਿਊਸ਼ਨਲ ਤਰੀਕੇ ਤੋਂ ਇਹਨਾਂ ਦਾ ਪਾਣੀ ਲਿਆ ਜਾਵੇ, ਇਹਨਾਂ ਦੇ ਬੰਦੇ ਬੰਦ ਕੀਤੇ ਜਾਣ 30 ਸਾਲ, ਜਿਹੜਾ ਕੋਈ ਕਾਨੂੰਨ ਨਹੀਂ ਹੈ। ਹੁਣ ਜਿਹੜਾ ਮੈਂ ਬਹੁਤ ਰੌਲਾ ਪਾਇਆ ਸੀਗਾ, ਇੱਕ ਜਿਹੜਾ ਆਦਿਵਾਸੀ ਸੀ ਫਾਦਰ ਸਟੇਨ ਸਵਾਮੀ, ਉਹ ਈਸਾਈਆਂ ਦਾ ਪ੍ਰਚਾਰ ਕਰਦਾ ਸੀ ਕਬੀਲਿਆਂ ਦੇ ਵਿੱਚ, ਆਦਿਵਾਸੀਆਂ ਦੇ ਵਿੱਚ। ਉਹਨੂੰ ਫੜ ਲਿਆ ਸੀ, ਉਸ ਨੂੰ ਦਵਾਈ ਬੂਟੀ ਨਹੀਂ ਦਿੱਤੀ, ਉਹ ਜੇਲ੍ਹ ਦੇ ਵਿੱਚ ਮਾਰਿਆ ਗਿਆ ਸੀਗਾ। ਅਤੇ ਹੁਣ ਕਬੀਲਿਆਂ ਦੀ ਪ੍ਰੈਜ਼ੀਡੈਂਟ ਸ਼ਾਇਦ ਸਾਡੀ ਅਗਲੀ ਬਣੇ। ਮੈਂ ਉਸ ਨੂੰ ਲਿਖਿਆ ਹੈ ਕਿ ਜਿਹੜੇ ਕਬੀਲੇ ਹੈ, ਜਦੋਂ ਆਰੀਅਨ ਆਏ ਹੈ ਉਦੋਂ ਇਹ ਸਾਰੇ ਲੋਕ ਤਿੱਤਰ ਬਿੱਤਰ ਹੋ ਗਏ ਸੀਗੇ। ਜਿਹੜੇ ਇੱਥੋਂ ਦੇ ਅਸਲੀ ਵਾਸੀ ਸੀ, ਇਹ ਸੈਂਟਰਲ ਇੰਡੀਆ ਦੇ ਜੰਗਲਾਂ ਦੇ ਵਿੱਚ ਜਾ ਕੇ ਰਹਿਣ ਲੱਗ ਪਏ। ਇਹ ਆਦਿਵਾਸੀ ਲੋਕ ਜੰਗਲਾਂ 'ਚ ਰਹਿੰਦੇ ਹੈ, ਪਰ ਜਿਹੜੇ ਰਿਚ ਅਤੇ ਅਮੀਰ ਬਿਜ਼ਨਸਮੈਨ ਹੈ ਲਾਲੇ ਸਾਡੇ, ਜੰਗਲਾਂ ਦੇ ਵਿੱਚ ਸੋਮੇ ਬਹੁਤ ਹੈ, ਸੋਨਾ, ਚਾਂਦੀ, ਪਾਣੀ, ਲੱਕੜ, ਸਾਰਾ ਕੁਛ। ਉਹ ਕੋਲਾ ਉਹਨਾਂ ਦੇ ਖਾਣ ਬਣਾਉਣਾ ਚਾਹੁੰਦੇ ਹੈ ਅਤੇ ਉਹਨਾਂ ਨੂੰ ਕੱਢਣਾ ਚਾਹੁੰਦੇ ਹੈ।
ਤੇ ਗੌਰਮੈਂਟ ਦੇ ਉੱਤੇ ਪ੍ਰੈਸ਼ਰ ਹੈ ਕਿ ਇਹ ਆਦਿਵਾਸੀਆਂ ਨੂੰ ਬਾਹਰ ਕੱਢੋ। ਆਦਿਵਾਸੀਆਂ ਦੀ ਜ਼ਿੰਦਗੀ ਜੰਗਲ ਦੇ ਨਾਲ ਹੈ, ਉਹ ਜੰਗਲ ਦੇ ਨਾਲ ਪ੍ਰੇਮ ਕਰਦੇ ਹੈ, ਉੱਥੋਂ ਹੀ ਖਾਂਦੇ ਪੀਂਦੇ ਹੈ, ਉਹੀ ਉਹਨਾਂ ਦਾ ਮਜ਼ਹਬ ਹੈ। ਜਿਹੜੀ ਪ੍ਰਕਿਰਤੀ ਹੈ ਉਹਨਾਂ ਦਾ ਮਜ਼ਹਬ ਪ੍ਰਕਿਰਤੀ ਹੈ, ਨੇਚਰ ਹੈ। ਉਹਨਾਂ ਨੂੰ ਹਿੰਦੂ ਬਣਾਉਣਾ ਚਾਹੁੰਦੇ ਹੈ, ਉਹ ਨਹੀਂ ਬਣਨਾ ਚਾਹੁੰਦੇ। ਅਤੇ ਉਹਨਾਂ ਨੂੰ ਜੰਗਲਾਂ 'ਚੋਂ ਖਾਲੀ ਕਰਨ ਦੇ ਲਈ ਉਹਨਾਂ ਨੂੰ ਕਹਿ ਦਿੰਦੇ ਹੈ ਨਕਸਲਾਈਟ ਹੈ, ਇਹ ਮਾਓਵਾਦੀ ਹੈ। ਮਾਓਵਾਦੀ ਕਹਿ ਕੇ, ਨਕਸਲਾਈਟ ਕਹਿ ਕੇ ਉਹਨਾਂ ਨੂੰ ਗੋਲੀ ਮਾਰ ਦਿੰਦੇ ਹੈ। ਉਹ ਕੋਈ ਨਕਸਲਾਈਟ ਨਹੀਂ ਹੈ, ਕੋਈ ਮਾਓਵਾਦੀ ਨਹੀਂ ਹੈ। ਜਿਵੇਂ ਆਪਣਾ ਸਟੈਂਡ ਸਵਾਮੀ ਜੀ ਸੀਗੇ ਪਾਦਰੀ, ਉਹ ਬਿਲਕੁਲ ਤੁਹਾਡੇ ਵਰਗੇ ਬੰਦੇ ਹੈ, ਪਰ ਉਹਨਾਂ ਨੂੰ ਕਹਿੰਦੇ ਹੈ ਨਕਸਲਾਈਟ ਹੈ, ਮਾਓਵਾਦੀ ਹੈ, ਅਤੇ ਉਹਨਾਂ ਨੂੰ ਪੈਰਾਮਿਲਟਰੀ ਫੋਰਸਿਸ ਮਾਰ ਦਿੰਦੀਆਂ। ਹੁਣ ਅਸੀਂ ਸਮਝਦੇ ਹਾਂ ਕਿ ਜੇ ਪ੍ਰੈਜ਼ੀਡੈਂਟ ਇੱਕ ਕਬੀਲਨ ਬਣ ਰਹੀ ਹੈ ਤਾਂ ਇਹ ਕੰਮ ਇਹ ਖਤਮ ਹੋਊਗਾ। ਮਿਜ਼ੋਰਮ ਦੇ ਵਿੱਚ ਵੀ ਅਤੇ ਨਾਗਾਲੈਂਡ ਦੇ ਵਿੱਚ ਵੀ ਜਿਹੜੇ ਕਬੀਲੇ ਹੈ ਉਹਨਾਂ ਨੂੰ ਗਲਤ ਕਹਿ ਕੇ ਸਰਕਾਰਾਂ ਮਰਵਾ ਦਿੰਦੀਆਂ। ਅਤੇ ਕਸ਼ਮੀਰ ਦੇ ਵਿੱਚ ਬਹੁਤ ਜ਼ੁਲਮ ਹੋ ਰਿਹਾ ਹੈ। ਐਫਸਪਾ ਜਿਹੜਾ ਕਾਨੂੰਨ ਹੈ ਉਹਦੇ ਹੇਠ ਸਿਕਿਉਰਿਟੀ ਫੋਰਸਿਸ ਕਿਸੇ ਨੂੰ ਮਾਰ ਸਕਦੀਆਂ, ਕਿਸੇ ਨੂੰ ਲੂਲਾ ਕਰ ਸਕਦੀਆਂ, ਕਿਸੇ ਦੇ ਨਾਲ ਜਬਰ ਜਨਾਹ ਕਰ ਸਕਦੀਆਂ, ਕਿਸੇ ਨੂੰ ਫੜ ਕੇ 6-6 ਸਾਲ ਰੱਖ ਸਕਦੀਆਂ, ਪਰ ਉਹਦੀ FIR ਨਹੀਂ ਕੱਟੀ ਜਾਂਦੀ। ਉਹ ਖੁੱਲ੍ਹੀ ਛੁੱਟੀ ਹੈ ਸਿਕਿਉਰਿਟੀ ਨੂੰ। ਹੁਣ ਮੁਸਲਮਾਨਾਂ ਦਾ ਸਾਡੇ ਇੰਡੀਆ ਦੇ ਵਿੱਚ ਬਹੁਤ ਬੁਰਾ ਹਾਲ ਹੈਗਾ। ਜਿੱਥੇ ਹਕੂਮਤ ਦਾ ਦਾਅ ਲੱਗਦਾ ਹੈ, ਇਹਨਾਂ ਦੀਆਂ ਕਾਲੋਨੀਆਂ ਦੇ ਉੱਤੇ ਬੁਲਡੋਜ਼ਰ ਫੇਰ ਦਿੰਦੇ ਹੈ, ਗਰੀਬਾਂ ਦੀਆਂ ਬਸਤੀਆਂ ਦੇ ਉੱਤੇ। ਮੱਧ ਪ੍ਰਦੇਸ਼ 'ਚ ਵੀ ਹੋ ਰਿਹਾ ਹੈ, ਹਰਿਆਣੇ 'ਚ ਵੀ ਹੋ ਰਿਹਾ ਹੈ, ਦਿੱਲੀ 'ਚ ਵੀ ਹੋ ਰਿਹਾ ਹੈ, UP 'ਚ ਵੀ ਹੋ ਰਿਹਾ ਹੈ। ਔਰ ਜਿਹੜੇ ਮੁਸਲਮਾਨਾਂ ਨੇ ਪ੍ਰੋਟੈਸਟ ਕੀਤਾ ਕਿ ਮੁਹੰਮਦ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹ ਮਿਸ ਸ਼ਰਮਾ ਨੇ BJP RSS ਦੀ ਜਿਹੜੀ ਬੁਲਾਰਨ ਸੀਗੀ, ਉਹਦੇ ਉੱਤੇ ਜਿਹੜੇ ਵੀ ਮੁਸਲਮਾਨਾਂ ਨੇ ਮੁਜ਼ਾਹਰੇ ਕੱਢੇ ਹੈ ਉਹਨਾਂ ਦੇ ਵੀ ਘਰ ਬੁਲਡੋਜ਼ਰਾਂ ਨਾਲ ਢਾਏ ਗਏ ਹੈ। ਅਤੇ ਅਮਰੀਕਾ ਦਾ ਲਿਖਾਰੀਆਂ ਲਈ, ਤੁਹਾਡੇ ਫੋਟੋਗ੍ਰਾਫਰਸ ਦੇ ਲਈ ਸਭ ਤੋਂ ਵੱਡਾ ਤਗਮਾ ਪੁਲਿਟਜ਼ਰ ਪ੍ਰਾਈਜ਼, ਪੁਲਿਟਜ਼ਰ PULITZER, ਇਹਦਾ ਬਹੁਤ ਪ੍ਰੈਸਟੀਜ ਹੁੰਦਾ। ਇੱਕ ਸੇਮੋਰ ਹਰਸ਼ ਸੀਗਾ ਲਿਖਾਰੀ ਜਿਹਨੂੰ ਪੁਲਿਟਜ਼ਰ ਪ੍ਰਾਈਜ਼ ਮਿਲਿਆ ਸੀ। ਉਹਨੇ ਰਿਸਰਚ ਕਰਕੇ ਕਿਹਾ ਸੀ ਕਿ ਜਿਹੜਾ ਪ੍ਰਾਈਮ ਮਿਨਿਸਟਰ ਤੁਹਾਡਾ ਇੰਡੀਆ ਦਾ ਮੋਰਾਰਜੀ ਦੇਸਾਈ, ਇਹ CIA ਦਾ ਏਜੰਟ ਹੈ ਅਤੇ ਇੰਨੇ ਹਜ਼ਾਰ ਡਾਲਰ CIA ਇਹਨੂੰ ਹਰੇਕ ਸਾਲ ਦਿੰਦੀ ਹੈ। ਮੋਰਾਰਜੀ ਦੇਸਾਈ ਸ਼ਿਕਾਗੋ ਅਮਰੀਕਾ ਗਏ, ਉਹਨਾਂ ਨੇ ਮੁਕੱਦਮਾ ਕੀਤਾ ਕਿ ਇਹ ਗਲਤ ਸੇਮੋਰ ਹਰਸ਼ ਨੇ ਕਿਤਾਬ ਲਿਖੀ ਹੈ, ਪਰ ਅਦਾਲਤ ਨੇ ਕਿਹਾ ਬਿਲਕੁਲ ਪੱਤਰਾ ਇਹਦਾ ਜਿਹੜਾ ਤੇਰੇ ਖਿਲਾਫ ਲਿਖਿਆ ਸੱਚ ਹੈ, ਅਤੇ ਮੋਰਾਰਜੀ ਦੇਸਾਈ ਦਾ ਮੁਕੱਦਮਾ ਫੇਲ ਕੀਤਾ ਗਿਆ ਸੀ। ਹੁਣ ਸਾਡੀ ਇੱਕ ਕਸ਼ਮੀਰ ਦੀ BP ਹੈ, ਉਹਦਾ ਨਾਂ ਹੈ ਸਿਨਾ ਮੱਟੂ। ਉਹ ਫੋਟੋਗ੍ਰਾਫਰ ਹੈ, ਤੁਹਾਡੇ ਵਰਗੀ ਜਰਨਲਿਸਟ ਹੈ। ਉਸ ਨੂੰ ਪਹਿਲੀ ਵਾਰੀ ਪੁਲਿਟਜ਼ਰ ਪ੍ਰਾਈਜ਼ ਅਮਰੀਕਾ ਨੇ ਦਿੱਤਾ। ਸਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਸਾਡੇ ਇੰਡੀਆ ਦੇ ਇੱਕ ਬੀਬੀ ਨੌਜਵਾਨ ਨੂੰ ਪੁਲਿਟਜ਼ਰ ਪ੍ਰਾਈਜ਼ ਮਿਲਿਆ ਹੈਗਾ। ਪਰ ਉਹ ਪੈਰਿਸ ਜਾ ਰਹੀ ਸੀ ਇੱਕ ਕਾਨਫਰੰਸ ਦੇ ਲਈ, ਉਸ ਨੂੰ ਏਅਰਪੋਰਟ ਤੋਂ ਅੱਗੇ ਜਾਣ ਨਹੀਂ ਦਿੱਤਾ ਕਿ ਤੇਰੀ ਜੰਮੂ ਕਸ਼ਮੀਰ ਨੇ ਕਿਹਾ ਕਿ ਇਹਨੂੰ ਬਾਹਰ ਨਹੀਂ ਜਾਣ ਦੇਣਾ। ਇਹੋ ਜਿਹਾ ਜਿਹੜਾ ਜ਼ੁਲਮ ਮੁਸਲਮਾਨਾਂ ਦੇ ਉੱਤੇ ਹੋ ਰਿਹਾ ਹੈ। ਹਜ਼ਰਤ ਮੁਹੰਮਦ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ, ਸਰਕਾਰ ਨੇ ਮਾफ़ੀ ਨਹੀਂ ਮੰਗੀ ਹੈਗੀ, ਜਦ ਕਿ ਉਹ RSS ਅਤੇ BJP ਪਾਰਟੀ ਦੀ ਬੁਲਾਰਨ ਹੈ। ਇਹ ਕੰਮ ਬਹੁਤ ਇੰਡੀਆ ਦੀ ਫੋਰਨ ਪਾਲਿਸੀ ਨੂੰ ਫਸਾਊਗਾ। ਜਿੰਨਾ ਵੀ ਤੇਲ ਅਰਬ ਮੁਸਲਿਮ ਕੰਟਰੀਜ਼ ਤੋਂ ਆਉਂਦਾ ਹੈ ਉਹਦੇ ਉੱਤੇ ਨਾਕੇ ਲੱਗ ਜਾਣਗੇ, ਫਿਰ ਅਸੀਂ ਤੇਲ ਪਿੱਛੋਂ ਪਛਤਾਵਾਂਗੇ।
ਇਹ ਸੈਕੂਲਰ ਸਰਕਾਰ ਮੋਦੀ ਦੀ ਬਿਲਕੁਲ ਨਹੀਂ ਹੈ। ਇਹ ਹਿੰਦੂਤਵਾ ਦੀ ਸਰਕਾਰ ਹੈ ਤੇ ਇਹ ਹਿੰਦੂ ਰਾਸ਼ਟਰ ਇੱਥੇ ਕਾਇਮ ਕਰਨਾ ਚਾਹੁੰਦੀ ਹੈ, ਜਿਹਦੇ ਖਿਲਾਫ ਅਸੀਂ ਹੈਗੇ ਹੈ ਤੇ ਜਿਹਦੇ ਖਿਲਾਫ ਤੁਸੀਂ ਮੈਨੂੰ ਫਤਵਾ ਦਿੱਤਾ ਹੈ। ਕਿਉਂ ਕਰਕੇ ਬਹੁਤ ਵੱਡੀਆਂ ਪਾਰਟੀ ऑल इंडिया ऑल वर्ल्ड फेमस कांग्रेस पार्टी बीजेपी RSS आम पार्टी बादल दल ਨੂੰ ਇੱਕ ਛੋਟੇ ਜਿਹੇ ਆਦਮੀ ਨੇ ਬਾਈ ਇਲੈਕਸ਼ਨ ਦੇ ਵਿੱਚ ਹਰਾਤਾ ਹੈ, ਜਦਕਿ ਬਾਈ ਇਲੈਕਸ਼ਨ ਦੇ ਵਿੱਚ ਸਰਕਾਰ ਕਦੇ ਹਾਰ ਨਹੀਂ ਸਕਦੀ ਹੈ। ਇਹ ਜਿਹੜਾ ਗੁੱਸਾ ਲੋਕਾਂ ਦਾ ਉਹ ਨਿਕਲਿਆ ਹੈ। ਇਹ ਜਿਹੜੀਆਂ ਇੰਡੀਆ ਦੀਆਂ ਪਾਰਟੀਆਂ ਹੈ, ਜਿਹੜਾ ਇੱਥੋਂ ਦੀ ਕਨਸਟੀਟਿਊਸ਼ਨ ਤਬਦੀਲ ਕਰਨਾ ਚਾਹੁੰਦੀ ਹੈ ਤੇ ਇੱਥੇ ਹਿੰਦੂ ਰਾਸ਼ਟਰ ਲਗਾਉਣਾ ਚਾਹੁੰਦੀ ਹੈ। ਤੇ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਬੰਦੀ ਹੈਗੇ ਕਸ਼ਮੀਰੀ ਸ਼ਬੀਰ ਸ਼ਾਹ ਤੇ ਯਸੀਨ ਮਲਿਕ, ਉਹ ਬਿਲਕੁਲ ਇਨੋਸੈਂਟ ਹੈਗੇ ਹੈ, ਉਹਨਾਂ ਦੇ ਖਿਲਾਫ ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਉਹਨਾਂ ਨੂੰ ਵੀ ਰਿਹਾ ਸਿੱਖ ਕੈਦੀਆਂ ਦੇ ਨਾਲ ਕਰ ਦੇਣਾ ਚਾਹੀਦਾ। ਹੁਣ ਇੱਕ ਪਰੰਪਰਾ ਬਣੀ ਹੈ ਸਿੱਖਾਂ ਦੀ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੀ ਕੈਦ ਦੇ ਵਿੱਚ ਸੀਗੇ, ਬਾਦਸ਼ਾਹ ਜਹਾਂਗੀਰ ਨੇ ਹੁਕਮ ਦਿੱਤਾ ਕਿ 6ਵੇਂ ਪਾਤਸ਼ਾਹ ਨੂੰ ਰਿਹਾ ਕੀਤਾ ਜਾਵੇ, ਪਰ 6ਵੇਂ ਪਾਤਸ਼ਾਹ ਨੇ ਕਿਹਾ ਮੇਰੇ ਨਾਲ 52 ਹਿੰਦੂ ਰਾਜੇ ਕੈਦ ਕੱਟ ਰਹੇ ਹੈ, ਜਿੰਨਾ ਚਿਰ ਉਹਨਾਂ ਦੀ ਰਿਹਾਈ ਦਾ ਆਰਡਰ ਨਹੀਂ ਆਉਂਦਾ ਉਨਾ ਚਿਰ ਮੈਂ ਰਿਹਾਈ ਨਹੀਂ ਲੈਣੀ। ਬਾਦਸ਼ਾਹ ਜਹਾਂਗੀਰ ਨੇ ਕਿਹਾ ਕਿ 52 ਦੇ 52 ਹਿੰਦੂ ਰਾਜੇ ਰਿਹਾ ਹੋਣਗੇ ਮਹਾਰਾਜ ਦੇ ਨਾਲ। ਫਿਰ ਜਦੋਂ ਕਸ਼ਮੀਰੀ ਪੰਡਤਾਂ ਦੇ ਜਨੇਊ ਜ਼ਬਰਦਸਤੀ ਔਰੰਗਜ਼ੇਬ ਲਾ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜਨੇਊ ਨਹੀਂ ਸੀ ਪਹਿਨਦੇ, ਪਹਿਲੀ ਪਾਤਸ਼ਾਹੀ ਨੇ ਇਹਨੂੰ ਖਤਮ ਕਰਤਾ ਸੀ। ਪਰ ਜਿਹੜਾ ਜ਼ੁਲਮ ਪੰਡਤਾਂ ਦੇ ਖਿਲਾਫ ਹੋ ਰਿਹਾ ਸੀ, ਉਹਦੇ ਬਦਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ। ਪਰ ਅੱਜ ਹਿੰਦੂਆਂ ਦਾ ਰਾਜ ਹੈ ਤੇ ਹੁਣ ਤੁਸੀਂ ਦੱਸੋ ਕਿ ਹਿੰਦੂਆਂ ਦਾ ਵਤੀਰਾ ਸਿੱਖਾਂ ਦੇ ਨਾਲ ਉਹੋ ਜਿਹਾ ਹੈਗਾ ਜਿਹੜਾ ਸਾਡੇ ਗੁਰੂਆਂ ਨੇ ਉਹਨਾਂ ਦੇ ਲਈ ਕੀਤਾ ਹੈ? ਬਿਲਕੁਲ ਨਹੀਂ। ਸਾਡੀ ਇਹ ਬਿਲਕੁਲ ਸਾਡੇ ਉੱਤੇ ਦੋਸ਼ ਲਾਈ ਜਾਂਦੇ ਹੈ, सारा कुछ लाई जाते हैं कि मान जीता है ये तो भिंडरा वाले की बात करता है, ये खालिस्तान पार्लियामेंट में करूँगा। ਇਹੋ ਜਿਹੇ ਟੈਲੀਵਿਜ਼ਨਾਂ ਦੇ ਉੱਤੇ ਗੱਲਾਂ ਹੋ ਰਹੀ ਹੈ, ਮੈਨੂੰ ਉਹਦੀ ਕੋਈ ਪਰਵਾਹ ਨਹੀਂ। ਪਰ ਮੈਂ ਪੁੱਛਦਾ ਜਦੋਂ ਗੁਰੂਆਂ ਨੇ ਤੁਹਾਡੇ ਲਈ ਜਾਨਾਂ ਦੇਤੀਆਂ, ਤੁਹਾਡੀ ਰਿਹਾਈ ਦੇ ਲਈ ਕਹਿਤਾ ਕਿ 52 ਹਿੰਦੂ ਰਾਜਿਆਂ ਨੂੰ ਛੱਡੋ, ਤੇ ਹੁਣ ਹਿੰਦੂਆਂ ਨੂੰ ਕੀ ਹੋ ਗਿਆ ਕਿ ਸਾਡੇ ਨਾਲ ਦੁਸ਼ਮਣੀ ਪਾਈ ਹੋਈ ਹੈ। 1947 'ਚ ਗਾਂਧੀ ਨਹਿਰੂ ਮੰਨ ਗਏ ਕਿ ਪੰਜਾਬ ਦੇ 2 ਹਿੱਸੇ ਕੀਤੇ ਜਾਣ, ਤੇ ਉਦੋਂ ਕਿਉਂ ਨਹੀਂ ਸੀ ਨਾ ਕਰ ਸਕਦੇ ਕਿ ਪੰਜਾਬ ਦੇ 2 ਹਿੱਸੇ ਨਹੀਂ ਹੋਣਗੇ। ਸੋ ਮੇਰਾ ਮਤਲਬ ਹੈ ਕਿ ਇਹ ਹਿੰਦੂ ਨੂੰ ਆਪਣਾ ਰਵੱਈਆ ਹੁਣ ਚੇਂਜ ਕਰਨਾ ਪਊਗਾ ਜੇ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ। ਜਿਹੜੀ ਵੱਧ ਗਿਣਤੀ ਹੁੰਦੀ ਹੈ ਉਹ ਘੱਟ ਗਿਣਤੀ ਨੂੰ ਨਾਲ ਲੈ ਕੇ ਚੱਲਦੀ ਹੈ। ਜੇ ਉਹ ਕਹੇ ਕਿ ਘੱਟ ਗਿਣਤੀ ਸਾਡੇ ਨਾਲ ਚੱਲੇ, ਫਿਰ ਉਹ ਘੱਟ ਗਿਣਤੀ ਰਹਿੰਦੀ ਹੋਈ ਨਹੀਂ, ਉਹ ਵੱਧ ਗਿਣਤੀ ਹੋ ਜਾਂਦੀ ਹੈ। ਸੋ ਆਹ ਚੀਜ਼ਾਂ ਮੈਂ ਕਹਿਣੀਆਂ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਤਕੜੀ ਤੁਹਾਡੀ ਪ੍ਰੈਸ ਹੈ। ਤੇ ਹੁਣ ਮੈਂ ਇਨਵਾਈਟ ਕਰਦਾ ਕਿ ਜੇ ਤੁਸੀਂ ਮੈਨੂੰ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ। ਉਹ ਐਵੇਂ ਜਿਵੇਂ ਹਿਰਨ ਚਟਾਲਾ ਖਾ ਕੇ ਨਾ ਮੋਢੇ ਮਾਰਨ ਲੱਗ ਪੈਂਦੇ ਹੈ, ਬਾਦਲ ਕੇ ਇਸ ਤਰ੍ਹਾਂ ਮੋਢੇ ਮਾਰ ਰਹੇ ਹੈ ਕਿ ਸਾਡਾ ਨਾਂ ਨਹੀਂ ਆਇਆ। ਪਰ ਉਹਨਾਂ ਨੇ ਤਾਂ ਕਰਾਇਆ ਹੈਗਾ, ਉਹ ਕਿਵੇਂ ਬਚ ਜਾਣਗੇ? ਇਹ ਰਿਪੋਰਟ ਬਿਲਕੁਲ ਗਲਤ ਦਿੱਤੀ ਹੈ ਚੀਫ ਮਿਨਿਸਟਰ ਸਾਹਿਬ ਨੇ, ਤੇ ਉਹਨਾਂ ਨੂੰ ਦਿੱਤੀ ਹੈ ਜਨਾਲਾ ਸਾਹਿਬ ਨੂੰ, ਜਿਨ੍ਹਾਂ ਨੇ ਕੋਈ ਬਰਗਾੜੀ ਮੋਰਚੇ ਦੇ ਵਿੱਚ ਦਿਲਚਸਪੀ ਨਹੀਂ ਲਈ, ਕੁਛ ਨਹੀਂ ਕੀਤਾ। ਤੇ ਇਹ ਦੇਖੋ ਬਾਦਲ ਦਾ ਕੱਖ ਨਹੀਂ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੱਕ ਕੇ ਸਹੁੰ ਚੱਕੀ ਸੀ,
कि मैं सारे मुलਜ਼ਮ फड़ लूँगा, नहीं किया। अज कैप्टन साहब का कख नहीं रहा। फिर कांग्रेस के चीफ मिनिस्टर साहब आए, उन्होंने कुछ नहीं किया। वो भी फिर मुलਜ਼ਮ बन के ईडी के दफ्तर दे विच किन्ने घंटे उन्होंने इंटरोगेशन होंदी गई। हुण आम आदमी पार्टी नूं मैं बिल्कुल वार्न करदा कि जिहड़ा तुसीं नहीं कीता, इस करके तुसीं इलैक्शन संगरूर दे हारे हो। जिहड़ा कदे भी रूलिंग पार्टी बाई इलैक्शन नहीं हारती हुंदी, ते तुहाडा अंत आउण वाला हैगा। ते एक ਚੱਡਾ साहब है जिहड़ा ये दिल्ली की हुकूमत तो नोटिस लैके पंजाब सरकार नूं चला रहा है। रोज़ कतल हो रहे है। एक कबड्डी का प्लेयर पाकिस्तान दे विच भी मारिया गया। ये सारिया चीज़ां खत्म होनियां चाहिदियां। लोकां नूं आराम दे नाल, आज़ादी दे नाल सैर करन दा मौका मिलना चाहिए। एंड डर जिहड़ा सरकारां ने पैदा करता है, लॉ एंड ऑर्डर बिल्कुल खत्म हो चुके हैं। जो सुप्रीम कोर्ट ने कहता, लिखती ऑर्डर देता कि खालिस्तान की तुसी गल कर सकते हो, खालिस्तान की कॉन्फ्रेंस कर सकते हो, खालिस्तान का इकट्ठ कर सकते हो, तो फिर खालिस्तान किवें गलत हो सकता है? जिन्ना चेर आपां किसी नूं भड़काइए ना, किसी नूं ऐ ना कहिए कि तुसी ऐ कर दो, गोली मार दो, बरूद मार दो, उन्ना चिर खालिस्तान की कॉन्फ्रेंस गल करना बिल्कुल जायज़ है। तो आप कर सकते हैं कॉन्स्टिट्यूशनली ते सुप्रीम कोर्ट के ऑर्डर के तहत। जे तुहाडे कोले ऑर्डर नहीं है, असी अज तुहाडे कोले सारिਆਂ ਕੋਲੇ पहुँचा सकते हैं। ਤੁਸੀਂ ਆਰਡਰ ਦੀ ਗੱਲ ਕੀਤੀ ਹੈ ਜੀ। ਪਿਛਲੇ ਦਿਨੀ ਏਜੰਸੀਜ਼ ਨੇ ਬੁਲਾ ਕੇ ਬਠਿੰਡਾ ਦੀ ਪੁਲਿਸ ਲਾਈਨ ਦੇ ਵਿੱਚ ਤੁਹਾਡੀ ਪਾਰਟੀ ਨਾਲ ਸੰਬੰਧਿਤ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਫਿਰ ਉਹਨਾਂ ਨੇ ਦਿਖਾਏ ਨਹੀਂ ਨਾ, ਕਾਗਜ਼ ਨਹੀਂ ਦਿਖਾਏ ਨਾ ਜੀ। ਤੇ ਪ੍ਰੈਸ ਦਾ ਵੀ ਇਹ ਹੈਗਾ ਕਿ ਪ੍ਰੈਸ ਵੀ ਦੱਸੇ ਕਿ ਇਹ ਜੁਰਮ ਨਹੀਂ ਬਣਦਾ। ਹੁਣ ਅਕਾਲੀ ਦਲ ਇੱਥੇ ਬੈਠਾ ਤੁਹਾਡੇ ਕੋਲੇ, ਹਾਂ, ਤੇ 11 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨਸ ਨਹੀਂ ਹੋਏ, ਜਿਹਦਾ ਇਹ ਜਮਹੂਰੀਅਤ ਤੌਰ ਤੇ ਸਾਡੇ ਸਿੱਖਾਂ ਦਾ ਹੱਕ ਡੈਮੋਕ੍ਰੇਸੀ ਤੋਂ ਲਿਆ ਗਿਆ ਹੈ। ਅਸੀਂ ਇਹਨੂੰ ਵਾਪਸ ਕਰਾਵਾਂਗੇ। ਅਸੀਂ ਸਾਰੇ ਜਮਹੂਰੀਅਤ ਪਸੰਦ ਮੁਲਕਾਂ ਨੂੰ ਵੀ ਲਿਖਤਾ ਹੈ ਕਿ ਸਿੱਖਾਂ ਦਾ ਜਿਹੜਾ ਜਮਹੂਰੀਅਤ ਹੱਕ ਹੈ ਉਹ ਹਿੰਦੂਤਵਾ ਨੇ ਲੈ ਲਿਆ। 11 ਸਾਲ ਤੋਂ ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਨਹੀਂ ਹੋ ਰਹੇ। ਤੇ ਦੇਖੋ ਬਾਹਰ ਦੀਆਂ ਸਰਕਾਰਾਂ ਕਿੰਨੀਆਂ ਸੈਂਸਿਟਿਵ ਹੈਗੀਆਂ ਸਿੱਖਾਂ 'ਤੇ। ਕੈਨੇਡਾ ਨੇ ਪਰਸੋਂ ਆਰਡਰ ਕੀਤਾ ਸੀਗਾ ਕਿ ਜਿਨ੍ਹਾਂ ਦੇ ਦਾੜੀਆਂ ਹੈਗੀਆਂ ਉਹ ਸਿਕਿਉਰਿਟੀ ਦੇ ਵਿੱਚ ਨਹੀਂ ਲੱਗ ਸਕਦੇ, ਕਿਉਂ ਕਰਕੇ ਉਹਨਾਂ ਦੇ ਮਾਸਕ ਨਹੀਂ ਇਹ ਹੋ ਸਕਦੇ। ਅੱਜ ਕੈਨੇਡਾ ਨੇ ਉਹ ਆਰਡਰ ਵਾਪਸ ਲੈ ਲਿਆ ਤੇ ਕੈਨੇਡਾ ਨੇ ਕਿਹਾ ਕਿ ਸਿੱਖ ਆਪਣਾ ਮਾਸਕ ਪਹਿਨ ਕੇ ਡਿਊਟੀ 'ਤੇ ਜਾ ਸਕਦੇ ਆ। ਇਹ ਸਿਰਫ ਇੰਡੀਆ ਨੂੰ ਤਕਲੀਫ ਹੈ ਕਿ ਸਿੱਖਾਂ ਨੂੰ ਆਰਾਮ ਦੇ ਨਾਲ ਉਹਨਾਂ ਦੇ ਮਜ਼ਹਬ ਦੇ ਵਿੱਚ ਨਹੀਂ ਰਹਿਣ ਦੇਣਾ। ਇਹਨਾਂ ਨੂੰ ਚੇਤਾ ਚੂਤਾ ਭੁੱਲ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਇਹਨਾਂ ਦੇ ਲਈ। ਮੱਟੂ ਸਾਹਿਬ ਨੇ ਠੀਕ ਘੇਰੀ ਆ, ਕਿਉਂ ਕਰਕੇ ਇਹ ਜਿਹੜੇ ਸਾਡੇ ਗਰੀਬ ਆਦਮੀ ਹੈ ਉਹਨਾਂ ਦੀ ਗੱਲ ਕਦੇ ਪ੍ਰੈਸ ਕਾਨਫਰੰਸ 'ਚ ਹੁੰਦੀ ਨਹੀਂ ਹੈ। ਹੁਣ ਜਿਹੜੇ ਸਾਡੇ ਰੰਗਰੇਟੇ ਸਿੱਖ ਪਿੰਡਾਂ ਦੇ ਵਿੱਚ ਰਹਿੰਦੇ ਹੈ, ਉਹਨਾਂ ਦਾ ਇੱਕ ਕਮਰਾ ਹੈ, ਉਹਦੇ ਵਿੱਚ ਮੀਆਂ ਬੀਬੀ ਸੌਂਦੇ ਹੈ। ਉਹਨਾਂ ਦੇ ਵਿੱਚ ਉਹਨਾਂ ਦਾ ਮੁੰਡਾ, ਉਹਨਾਂ ਦੀ ਨੂੰਹ ਸੌਂਦੀ ਹੈ। ਜੇ ਧੀ ਤੇ ਜਵਾਈ ਆ ਜਾਏ ਉਹ ਵੀ ਉਸੇ ਕਮਰੇ 'ਚ ਸੌਂਦਾ ਹੈ। ਜਦੋਂ ਸਰਦੀ ਦੀ ਠੰਡ ਪੈ ਜੇ ਸੀਤਲ, ਫਿਰ ਉਹਨਾਂ ਦਾ ਡੰਗਰ ਬੱਚਾ ਵੀ ਉਸੇ ਕਮਰੇ ਦੇ ਵਿੱਚ ਪੈਂਦਾ। 75 ਸਾਲ ਹੋ ਗਿਆ ਇਸ ਮੁਲਕ ਨੂੰ ਆਜ਼ਾਦ ਹੋਇਆ। ਇੰਦਰਾ ਗਾਂਧੀ ਨੇ ਨਾਅਰਾ ਦਿੱਤਾ ਸੀਗਾ, ਰੋਟੀ ਕੱਪੜਾ ਮਕਾਨ। ਮੈਨੂੰ ਦੱਸੋ ਕਿ ਇਹ ਸਾਡੇ ਰੰਗਰੇਟੇ ਸਿੱਖਾਂ ਦਾ ਜੀਵਨ ਇਹੋ ਜਿਹਾ ਕਿਉਂ ਅੱਜ ਤੱਕ ਮਾੜਾ ਹੈ ਤੇ ਕਿਸੇ ਸਰਕਾਰ ਨੇ ਇੱਧਰਲੇ ਪਾਸੇ ਦੇਖਿਆ ਨਹੀਂ, ਨਾ ਕਿਸੇ ਪ੍ਰੈਸ ਨੇ ਤਫਤੀਸ਼ ਕੀਤੀ ਹੈ ਕਿ ਇਹ ਕਿਵੇਂ ਰਹਿੰਦੇ ਹੈ ਸਾਡੇ ਰੰਗਰੇਟੇ ਸਿੱਖ ਪਿੰਡਾਂ ਦੇ ਵਿੱਚ। ਇਹਦੀ ਕਹਾਣੀ ਅਜੇ ਤੱਕ ਪ੍ਰਕਾਸ਼ ਨਹੀਂ ਹੋਈ, ਕਿਉਂ ਕਰਕੇ ਇਹ ਜਿਹੜੀ ਹਕੂਮਤ ਹੈ
ਜਿਹੜੀ ਪ੍ਰੈਸ ਹੈ ਇਹ ਬ੍ਰਾਹਮਣਵਾਦ ਦੇ ਹੱਥ ਦੇ ਵਿੱਚ ਹੈ ਅਤੇ ਮਾਈਨੋਰਿਟੀਜ਼ ਨੂੰ ਅਤੇ ਘੱਟ ਗਿਣਤੀਆਂ ਨੂੰ ਅਤੇ ਰੰਗਰੇਟਿਆਂ ਨੂੰ ਇਹ ਆਪਣੇ ਨਕਸ਼ੇ 'ਚੋਂ ਬਾਹਰ ਕੱਢ ਕੇ ਰੱਖਦੀ ਹੈ। ਬਰਗਾੜੀ ਦਾ ਮੋਰਚਾ ਅੱਜ 362 ਦਿਨਾਂ 'ਤੇ ਚੱਲ ਰਿਹਾ ਹੈ। ਇਹ ਬਹੁਤ ਜ਼ਿਆਦਾ ਤਿੱਖਾ ਹੋ ਜਾਣਾ ਹੈ ਅਤੇ ਜੇ ਮੈਂ ਪਾਰਲੀਮੈਂਟ ਦੇ ਵਿੱਚ SCPC ਦੀ ਗੱਲ ਨਾ ਕੀਤੀ ਮੇਰੇ ਵੋਟਰਾਂ ਨੇ ਮੈਨੂੰ ਵਾਪਸ ਬੁਲਾ ਲੈਣਾ। ਸੋ ਮੈਂ ਆਪਣੀ ਸੇਫਟੀ ਦੇ ਲਈ ਬਚਾਓ ਦੇ ਲਈ ਜ਼ਰੂਰ ਕਰੂੰਗਾ। I have an objection because they go on cheap labor. I am not per se against migrant laborers. I like them. They work for us in the fields, but they don't get the money a Punjabi worker gets. That is the discrimination, and that is why Punjabi workers should not be ousted out of the labor class, and they should be paid more according to their standard of living like you and I live. नहीं, I am not against anybody. No. ਉਹ ਤਾਂ ਸਾਡੇ ਰੱਬ ਨੇ। ਤੁਸੀਂ ਕਹਿੰਦੇ ਹੋ ਲੁੱਟ ਕਰਦੇ ਨੇ ਤੇ ਹੈਂ? ਮਾਹੌਲ ਖਰਾਬ ਕਰਦੇ ਨੇ। ਕੀ ਕਰਦੇ ਆ? ਲੁੱਟ ਕਰਦੇ ਨੇ ਤੇ ਮਾਹੌਲ ਖਰਾਬ ਹੁੰਦਾ ਹੈ। ਲੁੱਟ ਨਹੀਂ ਕਰਦੇ ਉਹ ਗਰੀਬ ਆਦਮੀ ਹੈ। ਤੇ ਰਿਸੋਰਸਿਸ ਹੀ ਜਦੋਂ ਉਹ ਜਾਂਦੇ ਹੈ ਇੱਥੋਂ ਬਾਈਸਿਕਲ ਲੈ ਕੇ ਜਾਂਦੇ ਹੈ, ਮਸ਼ੀਨਾਂ ਲੈ ਕੇ ਜਾਂਦੇ ਹੈ। ਹਮੇਸ਼ਾ ਪੰਜਾਬ ਦਾ ਉਹ ਬਹੁਤ ਅੱਛਾ ਉੱਥੇ ਜਾ ਕੇ ਪ੍ਰਚਾਰ ਕਰਦੇ ਹੈ। ਮੈਂ ਉਹਨਾਂ ਕੋਲੇ 5 ਸਾਲ ਜੇਲ੍ਹ ਦੇ ਵਿੱਚ ਰਿਹਾ। ਮੇਰੀ ਬਹੁਤ ਇੱਜ਼ਤ ਕਰਦੇ ਸੀ, ਮੈਨੂੰ ਕਹਿੰਦੇ ਸੀ ਮਾਨ ਬਾਬੂ। ਬਿਹਾਰ ਦੇ ਵਿੱਚ ਸਰਦਾਰ ਨੂੰ ਬਾਬੂ ਕਿਹਾ ਜਾਂਦਾ ਅਤੇ ਮੇਰੇ ਨਾਲ ਉਹਨਾਂ ਦਾ ਬਹੁਤ ਅੱਛਾ ਰਸੂਖ ਸੀਗਾ। ਅਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਕਿ ਜਿਹੜਾ ਵੀ ਲੇਬਰ ਖੇਤੀਬਾੜੀ ਦੇ ਵਿੱਚ ਆਉਂਦਾ ਹੈ ਉਹਦੀ ਪੂਰੀ ਸੇਵਾ ਹੋਣੀ ਚਾਹੀਦੀ ਹੈ, ਉਹਨੂੰ ਖਾਣਾ ਅੱਛਾ ਮਿਲਣਾ ਚਾਹੀਦਾ ਹੈ, ਸੌਣ ਨੂੰ ਅੱਛੀ ਜਗ੍ਹਾ ਮਿਲਣੀ ਚਾਹੀਦੀ ਹੈ ਅਤੇ ਉਸ ਨੂੰ ਗੈਰ ਮਨੁੱਖ ਨਹੀਂ ਸਮਝਣਾ ਚਾਹੀਦਾ। ਉਹ ਜਿਹੜਾ ਤੁਹਾਡੀ ਸੇਵਾ ਕਰਦਾ ਉਹਦੇ ਨਾਲ ਅਸੀਂ ਪਲਦੇ ਹਾਂ ਅਤੇ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਪਰ ਮੈਂ ਪੰਜਾਬੀ ਲੇਬਰ ਦੀ ਗੱਲ ਕੀਤੀ ਹੈ ਕਿ ਇਹਨਾਂ ਦੀ ਸੈਲਰੀ, ਇਹਨਾਂ ਦੀ ਦਿਹਾੜੀ ਜ਼ਿਆਦਾ ਵਧਣੀ ਚਾਹੀਦੀ ਹੈ ਜਿਵੇਂ ਤੁਹਾਡੀ ਅਤੇ ਮੇਰੀ ਹੈਗੀ ਹੈ। ਨੋ, ਆਈ ਐਮ ਅਗੇਂਸਟ forests being turned into industrial parks. And on the 10th I'm attending a meeting called by that committee. I'm very against pollution, in favor of environment. And ਜਿਹੜਾ ਬੁੱਢਾ ਨਾਲਾ ਹੈ ਉਹ ਅਜੇ ਤੱਕ ਸਰਕਾਰਾਂ ਨੇ ਬੰਦ ਕਿਉਂ ਨਹੀਂ ਕੀਤਾ? ਕਿਉਂ ਕਰਕੇ ਸਾਰੀਆਂ ਦਿੱਲੀ ਤੋਂ ਸਰਕਾਰਾਂ, ਜਿਵੇਂ ਮੈਂ ਸ਼ੁਰੂ 'ਚ ਕਿਹਾ, ਇੱਥੇ ਬਣਦੀਆਂ ਆ ਰਹੀਆਂ ਅਤੇ ਪੰਜਾਬ ਦੀ ਨੁਮਾਇੰਦਗੀ ਕਦੇ ਵੀ ਪੰਜਾਬ ਦੀ ਸਰਕਾਰ ਦੇ ਵਿੱਚ ਨਹੀਂ ਹੋਈ। ਦੇਖੋ ਇਹ ਮੇਰਾ ਕਸੂਰ ਨਹੀਂ। ਜਿਹੜੀ ਕੌਨਸਟੀਟਿਊਸ਼ਨ ਹੈ, ਮੇਰੀ ਸਲਵਾਰ ਕਿੱਥੇ ਹੈ? ਜਿਹੜੀ ਕੌਨਸਟੀਟਿਊਸ਼ਨ ਹੈ ਉਹ ਕਹਿੰਦੀ ਆ ਆਰਟੀਕਲ 25 that a Sikh can wear his kirpan and carry his kirpan. Now you let me know why the majority forces of Hinduism don't carry out their constitutional duties and allow me to carry my kirpan inside the house. It's not my fault. It's the fault of the majority representatives in parliament that abuse their own constitution and disallow a Sikh to carry out his constitutional right. It's not my fault. Are you confident that they'll allow you, this time? You know better, or their mind, you tell me before that and I'll follow that. You find out from the hardcore people. ਉਹਨਾਂ ਨੂੰ ਪੁੱਛੋ ਜਿਹੜੇ ਵੱਡੇ ਹਿੰਦੂ ਰਾਸ਼ਟਰ ਦੇ ਹੈਗੇ ਕਿ ਐਤਕੀ ਮਾਣ ਨੂੰ ਕਿਰਪਾਨ ਉਹਦਾ ਕੌਨਸਟੀਟਿਊਸ਼ਨਲ ਹੱਕ ਉਸ ਨੂੰ ਦਿਵਾਓਗੇ ਕਿ ਨਹੀਂ ਦਿਵਾਓਗੇ। ਮੇਰਾ ਕਸੂਰ ਨਹੀਂ ਹੈ। ਖਾਲਿਸਤਾਨ ਦੀ ਪਾਰਲੀਮੈਂਟ ਹੋ ਜੇ ਅਤੇ ਪਾਰਲੀਮੈਂਟ ਖਾਲਿਸਤਾਨ ਦੀ ਕਿ ਬੋਦੀ ਵਾਲਾ ਨਹੀਂ ਆਉਣਾ ਚਾਹੀਦਾ ਅੰਦਰ, ਜਿਹਨੇ ਸੁਨਤ ਕੀਤੀ ਉਹ ਨਹੀਂ ਅੰਦਰ ਆਉਣਾ ਚਾਹੀਦਾ। ਇਹ ਮੇਰਾ ਮਤਲਬ ਹੈ, ਇਹ ਤਾਂ ਜਾਸਤੀ ਹੈ। ਉਹਦੇ ਬਾਰੇ ਸਾਡੀ ਮੀਟਿੰਗ ਹੋਈ ਸੀਗੀ ਅਤੇ ਅਸੀਂ ਫੈਸਲਾ ਕਰ ਰਹੇ ਹਾਂ ਕਿ ਵੋਟ ਕਿੱਧਰ ਪਾਉਣੀ ਹੈਗੀ ਹੈ। ਅਤੇ ਬੰਦੀਆਂ ਦੇ ਹੱਕ ਸਭ ਤੋਂ ਪ੍ਰਮੁੱਖ ਹਨ ਕਿ ਬੰਦੀਆਂ ਨੂੰ ਛੱਡਿਆ ਜਾਵੇ, ਕਸ਼ਮੀਰੀ ਬੰਦੀਆਂ ਨੂੰ ਵੀ, ਜਿਨ੍ਹਾਂ ਦੇ ਮੈਂ ਨਾਂ ਲਏ ਹੈ,
ਤੇ ਜਿਹੜੇ ਸਾਡੇ ਸਿੱਖ ਬੰਦੀ ਹੈ ਉਹਨਾਂ ਨੂੰ ਵੀ ਛੱਡਿਆ ਜਾਵੇ। ਮਾਨ ਸਾਹਿਬ ਜੇ ਇਹਨਾਂ ਸਾਰਿਆਂ ਨੂੰ ਛੱਡਣ ਦੇ ਮੰਨ ਲਓ ਤੁਹਾਨੂੰ ਉਧਰੋਂ ਭਰੋਸਾ ਮਿਲਦਾ ਹੈ ਤਾਂ ਫਿਰ ਕੀ ਤੁਸੀਂ ਉਹ ਰਾਸ਼ਟਰਪਤੀ ਲਈ ਉਹਨਾਂ ਨੂੰ ਵੋਟ ਪਾਓਗੇ ਦ੍ਰੋਪਦੀ ਮੁਰਮੂ ਨੂੰ? ਤੁਸੀਂ ਕਿਹਾ ਸ਼ਾਇਦ, ਮੈਂ ਕਹਿੰਦਾ ਸ਼ਾਇਦ। ਮਾਨ ਸਾਹਿਬ ਪਿਛਲੇ ਮਾਨ ਸਾਹਿਬ ਅੱਜ ਭਗਵੰਤ ਮਾਨ ਦਾ ਵਿਆਹ ਹੋ ਰਿਹਾ, ਕੋਈ ਸੁਨੇਹਾ ਕੋਈ ਹਾਂ, ਸਾਨੂੰ ਬਹੁਤ ਖੁਸ਼ੀ ਹੈ ਜੀ, ਭਗਵੰਤ ਜੀ ਦਾ ਵਿਆਹ ਹੋ ਰਿਹਾ ਹੈ। ਜਿਹੜੇ ਸਾਡੇ ਸਾਬਕਾ ਚੀਫ ਮਿਨਿਸਟਰ ਰਹੇ ਹੈ ਉਹ ਵਿਆਹ ਤੋਂ ਬਗੈਰ ਵੀ ਰਹਿੰਦੇ ਰਹੇ ਹੈ, ਤੇ ਇੱਕ ਚੀਫ ਮਿਨਿਸਟਰ ਸਾਹਿਬ ਨੂੰ ਇੰਨੀ ਖੂਬਸੂਰਤ MLA ਸੀਗੀ ਜਿਹਦੇ ਤੇ ਰੋਪੜ ਜਿਹੜਾ ਇਤਿਹਾਸਕ ਸ਼ਹਿਰ ਹੈ ਜਿੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਸੰਧੀ ਹੋਈ ਸੀਗੀ, ਰੋਪੜ ਦਾ ਨਾਂ ਤਬਦੀਲ ਕਰਕੇ ਉਹਦਾ ਨਾਂ ਰੂਪਨਗਰ ਰੱਖਤਾ। ਉਹ ਜਿਹਦੇ ਨਾਲ ਚੀਫ ਮਿਨਿਸਟਰ ਸਾਹਿਬ ਮੁਹੱਬਤ ਕਰਦੇ ਸੀਗੇ। ਹੁਣ ਜਦੋਂ ਵੀ ਤੁਸੀਂ ਰੋਪੜ ਜਾਓਗੇ, ਰੂਪਨਗਰ ਸੁਣੋਗੇ ਤੇ ਤੁਹਾਨੂੰ ਚੇਤਾ ਆ ਜੂ ਸਾਡੇ ਚੀਫ ਮਿਨਿਸਟਰ ਸਾਹਿਬ ਦਾ। ਦੂਜੇ ਚੀਫ ਮਿਨਿਸਟਰ ਸਾਹਿਬ ਉਹ ਵਿਆਹੇ ਹੋਏ, ਉਹ ਵੀ ਇੱਕ ਬੀਬੀ ਨਾਲ ਰਹਿੰਦੇ ਸੀਗੇ। ਸ਼ੁਕਰ ਹੈ ਕਿ ਸਾਡੇ ਮੌਜੂਦਾ CM ਸਾਹਿਬ ਗ੍ਰਸਥ ਦੇ ਵਿੱਚ ਪਲਾਂਗ ਪੁੱਟਣ ਲੱਗੇ ਹੈ ਤੇ ਇੱਧਰ ਉੱਧਰ ਹੁਣ ਨਹੀਂ ਦੇਖਣਗੇ, ਆਪਣੇ ਵਿਆਹ ਦੇ ਉੱਤੇ ਸਾਰੀ ਨਜ਼ਰ ਰੱਖਣਗੇ। ਤੇ ਜਿੰਨੇ ਵੀ ਸੰਤ ਮਹਾਤਮਾ ਹੈ, ਸਿੱਖਾਂ ਦੀ ਪਰੰਪਰਾ ਹੈ, ਸਾਨੂੰ ਹੁਕਮ ਹੈ ਅਸੀਂ ਗ੍ਰਸਥ ਦੇ ਵਿੱਚ ਰਹਿਣਾ ਹੈ। ਪਰ ਸਾਡੇ ਸੰਤ ਮਹਾਤਮਾ ਵੀ ਕਈ ਹੈਗੇ ਜਿਹੜੇ ਗ੍ਰਸਥ ਦੇ ਵਿੱਚ ਨਹੀਂ ਰਹਿੰਦੇ। ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਇੱਧਰ ਉੱਧਰ ਨਾ ਦੇਖੋ, ਤੁਸੀਂ ਵੀ ਗ੍ਰਸਥੀ ਜਿਵੇਂ ਚੀਫ ਮਿਨਿਸਟਰ ਸਾਹਿਬ ਫੇਰ ਬਣ ਰਹੇ ਹੈ ਉਸ ਤਰ੍ਹਾਂ ਬਣ ਜਾਓ। ਮਾਨ ਸਾਹਿਬ ਜੇਲ੍ਹ ਦੇ ਵਿੱਚ ਸਿੱਖ ਕੈਦੀ ਦੇ ਵਾਲ ਕੱਟੇ ਜਾਂਦੇ, ਪਰਿਵਾਰ ਨੇ ਤੁਹਾਡੇ ਤੱਕ ਪਹੁੰਚ ਕੀਤੀ ਸੀ, ਤੁਸੀਂ ਅੱਜ SSP ਸਾਹਿਬ ਨੂੰ ਬੁਲਾਇਆ ਸੀ, ਕੀ ਇਸ ਮਾਮਲੇ ਤੇ ਗੱਲ? ਉਹ ਐਕਸ਼ਨ ਲੈ ਰਹੀ ਹੈ ਜੀ ਕਿ ਇਹ ਜੇਲ੍ਹ ਸੁਪਰਡੈਂਟ ਨੇ ਤਫਤੀਸ਼ ਕੀਤੀ ਹੈ, ਹੁਣ ਪੁਲਿਸ ਵੀ ਕਰੂਗੀ ਤੇ ਜਿਹੜਾ ਦੋਸ਼ੀ ਹੋਊਗਾ ਉਸ ਨੂੰ ਸਜ਼ਾ ਮਿਲੂਗੀ। ਅੱਜ ਮੈਂ ਮੌੜ ਦੀ ਵੀ ਗੱਲ ਕੀਤੀ ਹੈ ਕਿ ਬਹੁਤ ਪੁਰਾਣਾ ਕੇਸ ਹੈ ਤੇ SSP ਸਾਹਿਬ ਨੇ ਮੈਨੂੰ ਦੱਸਿਆ ਕਿ 3 ਬੰਦੇ ਨਾਮਜ਼ਦ ਹੋ ਗਏ ਹੈ, ਉਹਨਾਂ ਨੂੰ PO ਡਿਕਲੇਅਰ ਕੀਤਾ ਗਿਆ ਹੈ, ਉਹਨਾਂ ਦੀ ਤਲਾਸ਼ ਹੋ ਰਹੀ ਹੈ ਤੇ ਅਸੀਂ ਤੁਹਾਡੇ ਕਹਿਣ ਦੇ ਉੱਤੇ ਉਹਨਾਂ ਦੀ ਤਲਾਸ਼ ਹੋਰ ਡਬਲ ਕਰ ਦਿੰਦੇ ਹੈ ਤੇ ਮੌੜ ਦਾ ਕੇਸ ਵੀ ਅਸੀਂ ਚਲਾਨ ਕਰ ਦੇਣਾ ਹੈਗਾ। ਮੌੜ ਬੰਬ ਕਾਂਡ ਦੀ ਗੱਲ ਕਰ ਰਹੇ ਹੋ? ਹਾਂ ਹਾਂਜੀ, ਉਹ ਬਹੁਤ ਭਿਆਨਕ ਸੀਗਾ, ਬੱਚੇ ਗਰੀਬ ਮਾਰੇ ਗਏ ਸੀ। ਸਾਰੀਆਂ ਚੀਜ਼ਾਂ ਤੇ ਨਿਗਾਹ ਆਪਣੀ। ਮੈਂ ਤਾਂ ਨਹੀਂ ਦੇਖਿਆ ਕੋਈ ਮਤਾ ਗਰੀਬਾਂ ਦੇ ਖਿਲਾਫ ਪਾਇਆ ਗਿਆ, ਜੇ ਪਾਇਆ ਗਿਆ ਤੇ ਉਹ ਰੱਦ ਹੋਣਾ ਚਾਹੀਦਾ। ਕਿਉਂ ਹੋਣਾ ਚਾਹੀਦਾ ਗਰੀਬਾਂ ਦੇ ਖਿਲਾਫ ਜਦੋਂ ਉਹਨਾਂ ਦੇ ਕੋਲੇ ਰਹਿਣ ਨੂੰ ਤਾਂ ਜਗ੍ਹਾ ਹੈ ਨਹੀਂ ਗੀ। ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਜ਼ਿਮੀਂਦਾਰਾਂ ਦਾ ਫਰਜ਼ ਨਹੀਂ ਕਿ ਦੇਖਣਾ ਕਿ ਉਹਨਾਂ ਦੇ ਘਰ ਵੀ ਠੀਕ ਹੋਣ, ਸਾਰਾ ਕੁਝ ਹੋਣ ਤੇ ਉਹਨਾਂ ਦੀ ਨੂੰਹ ਤੇ ਮੁੰਡਾ ਵੀ ਨਾ ਵਿੱਚ ਪਵੇ ਤੇ ਜਵਾਈ ਤੇ ਧੀ ਵੀ ਨਾ ਪਏ ਤੇ ਡੰਗਰ ਬੱਚਾ ਵੀ ਨਾ ਇੱਕੇ ਕਮਰੇ 'ਚ ਪਏ। ਠੀਕ ਹੈ। ਜਿਹੜੇ ਵੀ ਅਮੀਰ ਆਦਮੀ ਆ ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਗੁਆਂਢੀ ਗਰੀਬ ਦਾ ਖਿਆਲ ਰੱਖਿਆ ਕਰਨ। ਇਹ ਸਾਡੀ ਸਿੱਖੀ ਦਾ ਹੈਗਾ ਤੇ ਇਹਨਾਂ ਨੂੰ ਸਿੱਖੀ ਦੇ ਵਿੱਚ ਰਹਿ ਕੇ ਉਹ ਗਰੀਬਾਂ ਦਾ ਫਾਇਦਾ ਕਰਨਾ ਚਾਹੀਦਾ ਹੈ, ਕਿਉਂ ਕਰਕੇ ਉਹ ਗਰੀਬ ਆਦਮੀ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਨਹੀਂ ਖੋ ਰਹੇ, ਉਹ ਸ਼ਾਮਲਾਟ ਜਾਂ ਜਿਹੜੀ ਸਰਪਲਸ ਹੈ ਉਹਦੇ ਉੱਤੇ ਨਿਗਾਹ ਰੱਖ ਰਹੇ ਹੈ। ਤੇ ਜਦੋਂ ਬੋਲੀ ਹੁੰਦੀ ਹੈ ਉਦੋਂ ਵੀ ਸਾਡੇ ਜ਼ਿਮੀਂਦਾਰਾਂ ਨੂੰ ਡਮੀ ਬੋਲੀ ਨਹੀਂ ਦੇਣੀ ਚਾਹੀਦੀ ਕਿ ਇੱਕ ਰੰਗਰੇਟਾ ਸਿੱਖ ਆਪਣਾ ਖੜਾ ਕਰਕੇ ਉਹਦੇ ਤੋਂ ਬੋਲੀ ਦਵਾ ਕੇ ਤੇ ਉਹਦੇ 'ਤੇ ਖੇਤੀ ਆਪ ਖੁਦ ਕਰਨ। ਠੀਕ ਹੈ, ਇਹ ਸਾਡਾ ਸਿੱਖ ਦਾ ਅਸੂਲ ਹੈ ਕਿ ਉਹਨਾਂ ਨੂੰ ਤੰਗ ਨਹੀਂ ਹੋਣਾ ਚਾਹੀਦਾ। ਮੈਂ ਪਰਦਾ ਫਾਸ਼ ਕਰਤਾ ਤੁਹਾਡੇ ਸਾਹਮਣੇ, ਤੁਹਾਨੂੰ ਵੀ ਨਹੀਂ ਸੀ ਪਤਾ ਕਿ ਉਹ ਕਿਵੇਂ ਰਹਿੰਦੇ ਹੈ ਤੇ ਇਹਦੀ ਤੁਸੀਂ ਤਫਤੀਸ਼ ਕਰੋ, ਆਰਟੀਕਲਸ ਲਿਖੋ, ਲੋਕਾਂ ਨੂੰ ਦੱਸੋ ਕਿ ਆਹ ਜੀਵਨ ਹੈ 75 ਸਾਲ ਜਦ ਤੁਸੀਂ ਕਹਿੰਦੇ ਹੋ ਸਾਨੂੰ ਆਜ਼ਾਦ ਕੀਤਾ ਗਿਆ, ਸਵਾਦ ਆਜ਼ਾਦੀ ਮਿਲੀ ਹੈ। ਮਾਨ ਸਾਹਿਬ ਬੱਸਾਂ 'ਚ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ, ਕਿਸ ਤਰ੍ਹਾਂ ਦੇਖਦੇ ਹੋ? ਉਹ ਤਾਂ ਜੀ ਸਾਰਿਆਂ ਦੀ ਲਾ ਦਿੰਦੇ ਆ ਹੈ ਨਾ। ਜਿਹੜੇ ਫੇਮਸ ਆਦਮੀ ਹੁੰਦੇ ਹੈ ਉਹਨਾਂ ਦੀਆਂ ਲੱਗਦੀਆਂ ਵੀ ਹੈ ਤੇ ਲੱਥਦੀਆਂ ਵੀ ਹੈ, ਦੋਨੋਂ ਪਾਸੇ ਹੁੰਦਾ।
ਹੈ ਨਾ। ਸਾਹਿਬ ਆਖਰੀ ਸਵਾਲ ਹੈ। ਭਗਤ ਸਿੰਘ ਦੀਆਂ ਵੀ ਲਾ ਦਿੰਦੇ ਐ। ਫਿਰ ਉਹ ਜਿਹੜਾ ਸੀਗਾ ਇਹ ਮਾਨ ਸਾਹਿਬ ਜਾਪਾਨ ਚਲਿਆ ਗਿਆ ਸੀਗਾ। ਹਾਂ, ਅਸੀਂ ਇੱਕ ਕਮੇਟੀ ਬਣਾਈ ਹੈ ਖਾਸ, ਜਿਹੜੀ ਸਕਰੀਨਿੰਗ ਕਰਕੇ ਉਹਨਾਂ ਨੂੰ ਅੰਦਰ ਲੈ ਜੂ। ਇਹ ਬਸ ਹੋਈ ਜਾਂਦਾ, ਰੋਜ਼ ਪੁੱਛੀ ਜਾਂਦਾ ਮੈਂ ਕੀ ਖਿਆਲ ਹੈ, ਤੁਹਾਡਾ ਕੀ ਖਿਆਲ ਹੈ, ਕਿਹਨੂੰ ਵੋਟ ਪਾਉਣੀ ਚਾਹੀਦੀ ਹੈ। ਨਾ ਸਵੀਤਾ ਦੱਸ ਦੇ ਯਾਰ। ਜਦੋਂ ਮੈਂ ਸਾਰਿਆਂ ਨੂੰ ਪੁੱਛ ਰਿਹਾ, ਤੁਹਾਨੂੰ ਵੀ ਪੁੱਛ ਰਿਹਾ, ਦੱਸ ਦਿਓ।